ਤੁਹਾਨੂੰ ਕੀ ਲੱਗਦਾ ਕਿ ਇੰਨਾ ਨੁਕਸਾਨ ਹੋਣ ਤੋਂ ਬਾਅਦ ਇਹ ਐਲਾਨ ਕਰਨਾ ਕਿੰਨਾ ਕੁ ਜਾਇਜ਼ ਆ? ਜੇ ਇਹ ਵਾਪਸੀ ਹੋਣੀ ਸੀ ਤਾਂ ਪਹਿਲਾਂ ਕਿਉਂ ਨਹੀਂ? ਮੋਦੀ ਸਰਕਾਰ ਯਾਨੀ ਕਿ ਬੀਜੇਪੀ ਇਸ ਵੇਲੇ ਜਿਹੜੀ ਸੱਤਾ ਦੇ ਵਿੱਚ ਹੈ, ਇਹਦੇ ਬਾਰੇ ਇਹ ਮੰਨਿਆ ਜਾਂਦਾ ਵੀ ਇੱਕ ਕੱਟੜ ਸੋਚ ਵਾਲੀ ਇਹ ਸਰਕਾਰ ਹੈਗੀ, ਇੱਕ ਤਾਨਾਸ਼ਾਹ ਸਰਕਾਰ ਹੈ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਇਹ ਕਾਨੂੰਨ ਵਾਪਸ ਲੈਣ ਪਿੱਛੇ ਉਹਨਾਂ ਦਾ ਮਤਲਬ ਕੀ ਰੀਜ਼ਨ ਹੋ ਸਕਦਾ? ਪਿਛਲੇ ਸਮੇਂ ਦੇ ਵਿੱਚ ਤਕਰੀਬਨ ਆਪਾਂ ਪਿਛਲੇ ਮਹੀਨੇ ਦੇਖਿਆ ਜਾਂ ਉਸ ਤੋਂ ਪਹਿਲੇ ਮਹੀਨਿਆਂ ਦੇ ਵਿੱਚ ਕੁਝ ਸਟੇਟਾਂ ਦੇ ਵਿੱਚ ਜਿਹੜੀਆਂ ਵੋਟਾਂ ਹੋਈਆਂ, ਸੋ ਉਹਦੇ ਵਿੱਚ ਇਹਨਾਂ ਨੂੰ ਮੂੰਹ ਦੀ ਖਾਣੀ ਪਈ ਹੈ। ਬੀਜੇਪੀ ਗਵਰਨਮੈਂਟ ਬਿਲਕੁਲ ਫੇਲ ਰਹੀ ਹੈ। ਸੋ ਇਹ ਚੀਜ਼ਾਂ ਨੂੰ ਭਾਂਪ ਰਹੇ ਨੇ ਕਿ ਜੇਕਰ ਇਸੇ ਤਰ੍ਹਾਂ ਆਪਣੀ ਜਿੱਤ ਤੇ ਅੜੇ ਰਹੇ ਤਾਂ ਅਗਲੀ ਜਿਹੜੀ ਵਿਧਾਨ ਸਭਾ ਦੀ ਚੋਣ ਹੋਣੀ ਹੈ ਉਹਦੇ ਵਿੱਚ ਇੱਕ ਵੀ ਸੀਟ ਨਹੀਂ ਸਾਨੂੰ ਮਿਲਦੀ। ਪਰ ਹਾਲੇ ਤੱਕ ਧਰਨਾ ਚੱਕਿਆ ਨਹੀਂ ਗਿਆ ਤੇ ਕਿਸਾਨਾਂ ਨੇ ਕਿਹਾ ਸੀ ਚੱਕਣਾ ਵੀ ਨਹੀਂ ਹੈ ਜਦ ਤੱਕ ਇਹ ਲਿਖਤੀ ਵਿੱਚ ਨਹੀਂ ਆਉਂਦਾ। ਸੋ ਹੁਣ ਚਾਹੀਦਾ ਇਹ ਹੈ ਕਿ 29 ਤਰੀਕ ਦੀ ਵੇਟ ਕੀਤੀ ਜਾਵੇ, ਲਿਖਤੀ ਰੂਪ ਦੇ ਵਿੱਚ 3 ਮੰਗਾਂ ਤੇ MSP ਲਈ ਜਾਵੇ, ਉਸ ਤੋਂ ਬਾਅਦ ਕਿਸਾਨਾਂ ਨੂੰ ਘਰ ਤੋੜ ਦਿੱਤਾ ਜਾਵੇ। ਜੇ ਹੁਣ ਇੱਥੇ ਆਪਾਂ ਇਹ ਕਹਿ ਦਿੰਦੇ ਆ ਵੀ ਹੁਣ ਸਾਡੇ ਕੁਝ ਕਿਸਾਨ ਆਗੂ ਇਸ ਤਰ੍ਹਾਂ ਦੇ ਵੀ ਨੇ, ਉਹ ਕਹਿੰਦੇ ਕਿ ਨਹੀਂ ਸਾਡੀਆਂ ਫਲਾਨੀਆਂ ਵੀ ਮੰਗਾਂ ਨੇ, ਉਹ ਫਲਾਨੀ ਵੀ ਮੰਗ ਹੈਗੀ ਆ, 7-8 ਹੋਰ ਕੱਢ ਦਿੱਤੀਆਂ। ਬਿਜਲੀ ਵਾਲੀ MSP ਰਿਟਰਨ ਚ ਚਾਹੁੰਦੇ ਨੇ, MSP ਦਾ MSP ਰਿਟਰਨ ਦੇ ਵਿੱਚ ਮਿਲ ਜਾਵੇ, ਆਹ 3 ਮੰਗਾਂ ਹੋ ਜਾਣ ਤੇ ਇਸ ਤੋਂ ਬਾਅਦ ਸੰਘਰਸ਼ ਨੂੰ ਖਤਮ ਕਰ ਦੇਣਾ ਚਾਹੀਦਾ ਹੈ। ਸੋ ਕੰਗਣਾ ਰਣੌਤ ਜਿਸ ਦਿਨ ਦਾ ਸੰਘਰਸ਼ ਸ਼ੁਰੂ ਹੋਇਆ, ਕਿੰਨਾ ਜ਼ਹਿਰ ਉਹਨੇ ਉਗਲਿਆ। ਸੋ ਇਹ ਕਿਤੇ ਨਹੀਂ 9 ਮਾਸਲਾ ਰਿਸ਼ਤਾ ਨਹੀਂ ਹੈਗਾ ਕਿ ਆਪਾਂ ਇਹ ਬੜਾ ਪਿਆਰ ਸਾਡੇ ਵਿੱਚ ਹੈ, ਡੈਮੋਕ੍ਰੇਸੀ ਬੜੀ ਹੈ। ਇੱਧਰ ਸਾਡਾ ਕੋਈ ਪੰਜਾਬ ਤੋਂ ਉੱਠ ਕੇ ਕੋਈ ਇਦਾਂ ਦਾ ਬਿਆਨ ਦੇ ਦੇਵੇ ਤਾਂ ਉਹਨੂੰ ਝੱਟ ਅੰਦਰ ਧੱਕ ਦਿੱਤਾ ਜਾਂਦਾ ਹੈ। ਕੰਗਣਾ ਰਣੌਤ ਨੇ, ਮੈਂ ਵਿਵਾਦਿਤ ਬਿਆਨ ਉਹਦੇ ਦੀ ਗੱਲ ਕਰਾਂ ਤਾਂ 10 ਤੋਂ 15 ਵਾਰ ਉਹਨੇ ਐਸੇ ਜ਼ਹਿਰੀਲੇ ਬਿਆਨ ਦਿੱਤੇ ਆ, ਕੋਈ FIR ਨਹੀਂ, ਕੋਈ ਕੁਛ ਨਹੀਂ ਹੈਗਾ। ਉਹਨੂੰ ਪਦਮ ਸ਼੍ਰੀ ਦੇ ਦਿੱਤਾ ਗਿਆ। ਮਤਲਬ ਸਰਕਾਰ ਕਹਿੰਦੀ ਹੈ ਵੀ ਸਾਡੇ ਵਾਸਤੇ ਬੋਲੋ। ਹੁਣੇ ਕਾਂਗਰਸ ਦੇ ਵਿੱਚ ਹੋਇਆ ਕਿ ਉਹਨਾਂ ਨੇ ਮੁੱਖ ਮੰਤਰੀ ਬਦਲ ਦਿੱਤਾ। ਬਿਲਕੁਲ ਜੀ, ਬਿਲਕੁਲ ਇਹ ਡਰਾਮਾ ਕੀਤਾ ਜਾ ਰਿਹਾ। ਕੋਈ ਵੀ ਭਾਵੇਂ ਸਾਡੇ ਮੁੱਖ ਮੰਤਰੀ ਸਾਹਿਬ ਹੋਣ, ਚਾਹੇ ਨਵਜੋਤ ਸਿੰਘ ਸਿੱਧੂ ਜਾਂ ਫਿਰ ਦੂਸਰੀਆਂ ਪਾਰਟੀਆਂ ਦੇ ਸੁਖਬੀਰ ਸਿੰਘ ਬਾਦਲ ਜੋ ਜਲੇਬੀਆਂ ਤਲਦੇ ਹੋਏ ਨਜ਼ਰ ਆਏ, ਸੋ ਇਹ ਸਾਰਾ ਕਿਤੇ ਨਾ ਕਿਤੇ ਡਰਾਮਾ ਹੈਗਾ। ਸਤਿ ਸ਼੍ਰੀ ਅਕਾਲ ਦਰਸ਼ਕੋ, ਮੈਂ ਗੁਰਪਿੰਦਰ ਕੌਰ ਤੇ ਤੁਸੀਂ ਦੇਖ ਰਹੇ ਹੋ ਪ੍ਰਾਈਡ ਪੰਜਾਬ ਟੀਵੀ। ਦਰਸ਼ਕੋ, 1 ਸਾਲ ਤੋਂ ਜ਼ਿਆਦਾ ਸਮੇਂ ਤੋਂ ਪਹਿਲਾਂ ਇੱਕ ਸੰਘਰਸ਼ ਸ਼ੁਰੂ ਹੋਇਆ ਸੀ, ਕਿਸਾਨੀ ਸੰਘਰਸ਼, ਜੋ ਕਿ ਕੇਂਦਰ ਸਰਕਾਰ ਵੱਲੋਂ ਬਣਾਏ ਗਏ 3 ਨਵੇਂ ਖੇਤੀ ਕਾਨੂੰਨਾਂ ਨੂੰ ਲੈ ਕੇ ਸ਼ੁਰੂ ਹੋਇਆ ਸੀ। ਤੇ ਹੁਣ ਇਸ ਸੰਘਰਸ਼ ਦਾ ਜਿਹੜਾ ਅਸੀਂ ਕਹਿ ਸਕਦੇ ਹਾਂ ਕਿ ਜਿੱਤ ਹੋਈ ਹੈ, ਜਦੋਂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਦੇ ਉੱਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਲਾਨ ਕੀਤਾ ਕਿ ਉਹ ਆਪਣੇ ਵੱਲੋਂ ਬਣਾਏ ਗਏ 3 ਖੇਤੀ ਕਾਨੂੰਨ ਜਿਹੜੇ ਨੇ ਉਹ ਵਾਪਸ ਲੈ ਲੈਣਗੇ। ਤੇ ਹੁਣ ਜਿਹੜੀ ਅੱਗੋਂ ਕੀ ਰੂਪ ਰੇਖਾ ਹੋਏਗੀ ਇਸ ਸਭ ਦੀ, ਜਾਂ ਸਾਡਾ ਜਿਹੜਾ ਭਵਿੱਖ ਆ ਉਹ ਕੀ ਹੋਏਗਾ? ਕਿਸਾਨੀ ਅੰਦੋਲਨ ਇਸ ਐਲਾਨ ਤੋਂ ਬਾਅਦ ਚੱਕਿਆ ਜਾਂਦਾ ਹੈ ਜਾਂ ਨਹੀਂ ਚੱਕਿਆ ਜਾਂਦਾ? ਕੀ ਹੈ ਭਵਿੱਖ ਦੀ ਗਰਭ ਦੇ ਵਿੱਚ? ਇਹਨਾਂ ਸਾਰੇ ਚੀਜ਼ਾਂ ਬਾਰੇ ਅੱਜ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਤੇ ਅਸੀਂ ਚਰਚਾ ਕਰਾਂਗੇ ਇਸ ਵਿਸ਼ੇ ਤੇ ਕਿ ਅੱਗੋਂ ਆਉਣ ਵਾਲਾ ਜਿਹੜਾ ਫਿਊਚਰ ਹੈ ਉਹ ਕੀ ਹੈ, ਬਿੱਲ ਵਾਪਸ ਹੋਣਗੇ, ਕਦੋਂ ਹੋਣਗੇ, ਕਿਵੇਂ ਹੋਣਗੇ, ਇਸ ਸਭ ਬਾਰੇ ਅਸੀਂ ਅੱਜ ਚਰਚਾ ਕਰਾਂਗੇ। ਸਤਿ ਸ਼੍ਰੀ ਅਕਾਲ ਦਲਜੀਤ। ਸਤਿ ਸ਼੍ਰੀ ਅਕਾਲ। ਅੱਜ ਅਸੀਂ ਗੱਲ ਕਰਾਂਗੇ 3 ਖੇਤੀ ਕਾਨੂੰਨਾਂ ਨੂੰ ਵਾਪਸੀ ਨੂੰ ਲੈ ਕੇ, ਜਿਹੜਾ ਕੇਂਦਰ ਸਰਕਾਰ ਦਾ ਐਲਾਨ ਆਇਆ ਕਿ ਅਸੀਂ ਵਾਪਸ ਲੈ ਰਹੇ ਹਾਂ। ਇਹਦੇ ਬਾਰੇ ਤੁਸੀਂ ਕੀ ਸੋਚਦੇ ਹੋ ਕਿ ਇਹ ਜਿਹੜਾ ਐਲਾਨ ਆ ਇਹ ਕਿੰਨਾ ਕੁ ਵਧੀਆ ਸਾਬਿਤ ਹੋਇਆ ਆ? ਐਲਾਨ ਦੀ ਗੱਲ ਸਭ ਤੋਂ ਪਹਿਲਾਂ ਜੇਕਰ ਗੁਰਪਿੰਦਰ ਕਰੀਏ ਤਾਂ ਪੰਜਾਬ ਨੇ ਪਹਿਲਾਂ ਵੀ ਖੇਤੀ ਦੇ ਵਿੱਚੋਂ ਜ਼ਿਆਦਾ ਕੁਝ ਨਹੀਂ ਖੱਟਿਆ, ਜਿਵੇਂ ਕਿ ਖੁਦਕੁਸ਼ੀਆਂ ਲਗਾਤਾਰ ਹੁੰਦੀਆਂ ਆ ਰਹੀਆਂ। ਸੋ ਇਹ ਇੱਕ ਹੋਰ ਸਾਡੇ ਉੱਤੇ ਚੜ੍ਹ ਕੇ ਆਉਣ ਵਾਲੇ ਕਾਨੂੰਨ ਸੀ, ਜਿਹੜੇ ਸਾਡੇ ਕਿਸਾਨ ਨੂੰ ਹੋਰ ਥੱਲੇ ਲਾਉਣ ਵਾਲੇ ਸੀਗੇ। ਜਿੱਥੇ ਸਾਡੇ ਵਿਦਵਾਨਾਂ ਨੇ ਜਿਹੜੇ ਖੇਤੀ ਦੇ ਜਿਹੜੇ ਮਾਹਰ ਹੈਗੇ ਆ ਜਾਂ ਫਿਰ ਜਿਹੜੇ ਇਹ ਸਾਰੀ ਗੱਲ ਨੂੰ ਸਮਝਦੇ ਨੇ, ਉਹਨਾਂ ਵੱਲੋਂ ਇਹ ਗੱਲਾਂ ਦਾ ਪਹਿਲਾਂ ਹੀ ਜਿਹੜਾ ਖੁਲਾਸਾ ਕਰ ਦਿੱਤਾ ਹੋਇਆ ਕਿ ਇਹ ਜਿਹੜੇ 3 ਬਿੱਲ ਨੇ ਇਹ ਕਿਸਾਨਾਂ ਦੀ ਜ਼ਮੀਨ ਖੋਹਣ ਲਈ ਬਣਾਏ ਗਏ ਆ। ਸੋ ਆ ਜਾ ਕੇ ਅੱਜ ਨਹੀਂ ਤੇ 10 ਸਾਲਾਂ ਨੂੰ ਕਿਸਾਨ ਆਪਣੀ ਜ਼ਮੀਨ ਤੋਂ ਹੱਥ ਧੋ ਕੇ ਬਹਿ ਜਾਣਗੇ, ਕਿਉਂਕਿ ਇਹ ਕਾਨੂੰਨ ਇਸ ਤਰ੍ਹਾਂ ਦੇ ਨੇ। ਜਿਹੜੇ ਕਾਰਪੋਰੇਟ ਘਰਾਣੇ ਆ ਇਹ ਸਾਰੀ ਜ਼ਮੀਨ ਉਹ ਲੈ ਜਾਣਗੇ ਇੱਕ ਦਿਨ, ਤੇ ਸਾਡੇ ਜਿਹੜੇ ਲੋਕ ਅੱਜ ਜ਼ਮੀਨਾਂ ਦੇ ਮਾਲਕ ਨੇ ਉਹ ਗੁਲਾਮ ਬਣ ਕੇ ਰਹਿ ਜਾਣਗੇ ਜਾਂ ਨੌਕਰ ਬਣ ਕੇ ਰਹਿ ਜਾਣਗੇ। ਸੋ ਇਹ ਬੜੀ ਵੱਡੀ ਜਿੱਤ ਹੈਗੀ ਆ ਕਿ ਅੱਜ ਅਸੀਂ ਇੰਨਾ ਕੁ ਤਾਂ ਕਾਮਯਾਬ ਹੋ ਗਏ ਆ ਕਿ ਆਪਣੀ ਜ਼ਮੀਨ ਅਸੀਂ ਉਹਨਾਂ ਤੋਂ ਬਚਾ ਲਈ ਹੈ ਫਿਲਹਾਲ ਦੀ ਘੜੀ। ਪਰ ਫਿਊਚਰ ਦੇ ਵਿੱਚ ਕੀ ਹੈ, ਭਵਿੱਖ ਆਪਣੇ ਗਰਭ ਦੇ ਵਿੱਚ ਕੀ ਸਾਂਭੀ ਬੈਠਾ, ਇਹੋ ਜਿਹੀਆਂ ਬੜੀਆਂ ਚੁਣੌਤੀਆਂ ਸਾਡੇ ਸਾਹਮਣੇ ਨੇ। ਇਹਦੇ ਬਾਰੇ ਵੀ ਆਪਾਂ ਗੱਲ ਕਰਦੇ ਹਾਂ। ਜਿਵੇਂ 1.5 ਸਾਲ ਹੋਣ ਲੱਗਿਆ ਸੰਘਰਸ਼ ਨੂੰ ਚੱਲਦਿਆਂ ਹੋਇਆਂ, ਤੇ ਇਸੇ ਦੌਰਾਨ ਬਹੁਤ ਸਾਰੇ ਕਿਸਾਨਾਂ ਨੇ ਆਪਣੀਆਂ ਜਾਨਾਂ ਵੀ ਗਵਾਈਆਂ। ਕੋਈ 700-800 ਦੇ ਕਰੀਬ ਜਿਹੜੇ ਸਾਨੂੰ ਪਤਾ ਲੱਗਦੇ ਨੇ ਅੰਕੜੇ, ਉਸ ਤੋਂ ਇਲਾਵਾ ਕਿੰਨੇ ਹੋਣਗੇ ਨਹੀਂ ਪਤਾ। ਸੋ ਤੁਹਾਨੂੰ ਕੀ ਲੱਗਦਾ ਕਿ ਇੰਨਾ ਨੁਕਸਾਨ ਹੋਣ ਤੋਂ ਬਾਅਦ ਇਹ ਐਲਾਨ ਕਰਨਾ ਕਿੰਨਾ ਕੁ ਜਾਇਜ਼ ਆ? ਜੇ ਇਹ ਵਾਪਸੀ ਹੋਣੀ ਸੀ ਤਾਂ ਪਹਿਲਾਂ ਕਿਉਂ ਨਹੀਂ?
ਦੇਖੋ ਮੋਦੀ ਸਰਕਾਰ ਯਾਨੀ ਕਿ ਬੀਜੇਪੀ ਇਸ ਵੇਲੇ ਜਿਹੜੀ ਸੱਤਾ ਦੇ ਵਿੱਚ ਹੈ, ਇਹਦੇ ਬਾਰੇ ਇਹ ਮੰਨਿਆ ਜਾਂਦਾ ਵੀ ਇੱਕ ਕੱਟੜ ਸੋਚ ਵਾਲੀ ਇਹ ਸਰਕਾਰ ਹੈਗੀ, ਇੱਕ ਤਾਨਾਸ਼ਾਹ ਸਰਕਾਰ ਹੈ। ਸੋ ਪਿਛਲੇ ਸਮੇਂ ਦੇ ਵਿੱਚ ਵੀ ਆਪਾਂ ਦੇਖੀਏ ਤਾਂ ਨਰਿੰਦਰ ਮੋਦੀ ਹੋਰਾਂ ਨੇ ਜਾਂ ਬੀਜੇਪੀ ਗਵਰਨਮੈਂਟ ਵੱਲੋਂ ਦੇਸ਼ ਦੇ ਵਿੱਚ ਬਹੁਤ ਸਾਰੀਆਂ ਤਬਦੀਲੀਆਂ ਕੀਤੀਆਂ ਗਈਆਂ, ਨਵੇਂ ਕਾਨੂੰਨ ਲਿਆਂਦੇ ਗਏ ਜੋ ਕਿ ਉਸ ਸਮੇਂ ਦੇ ਮੁਤਾਬਕ ਬੇਲੋੜੇ ਨਜ਼ਰ ਆਉਂਦੇ ਸੀ ਕਿ ਉਹ ਚੀਜ਼ ਚਾਹੇ ਨਾ ਵੀ ਹੁੰਦੀ ਤਾਂ ਸਰ ਜਾਣਾ ਸੀਗਾ। ਪਰ ਉਹਨਾਂ ਸਮਿਆਂ ਦੇ ਵਿੱਚ ਚਾਹੇ 370 ਦੀ ਗੱਲ ਕਰ ਲਓ ਜਾਂ NRC ਕਾਨੂੰਨ ਦੀ ਗੱਲ ਕਰ ਲਓ, ਉਦੋਂ ਸਰਕਾਰ ਝੁਕੀ ਨਹੀਂ। ਵਿਰੋਧ ਬਹੁਤ ਵੱਡੇ ਪੱਧਰ ਦੇ ਉੱਤੇ ਹੋਇਆ ਸੀਗਾ। ਕਸ਼ਮੀਰ ਦੇ ਵਿੱਚ ਵੀ ਬੜਾ ਵੱਡਾ ਵਿਰੋਧ ਹੋਇਆ, ਬਹੁਤ ਸਾਰਾ ਕੁਝ ਉੱਥੇ ਜਿਹੜਾ ਹੈ ਤਹਿਸ ਨਹਿਸ ਹੋ ਗਿਆ, ਬੜੀਆਂ ਜਾਨਾਂ ਉੱਥੇ ਵੀ ਗਈਆਂ, ਮਿਲਟਰੀ ਦੇ ਹਵਾਲੇ ਕਰ ਦਿੱਤਾ। ਪਰ 370 ਜਿਹੜੀ ਹੈ ਉਹ ਤੋੜ ਦਿੱਤੀ ਗਈ, ਕਿਸੇ ਦੀ ਨਹੀਂ ਸੁਣੀ ਗਈ। ਸੋ ਇੱਕ ਤਾਨਾਸ਼ਾਹ ਸਰਕਾਰ ਵੱਲੋਂ ਉਹ ਫੈਸਲਾ ਲਿਆ ਗਿਆ ਸੀਗਾ। ਦੂਸਰਾ ਨੰਬਰ NRC ਕਾਨੂੰਨ ਸੀਗਾ, ਸੋ ਉਹਨੂੰ ਲੈ ਕੇ 20 ਬਿੱਲ ਲਿਆਂਦੇ ਗਏ, ਸੋ ਜਿਹਦਾ ਮੁਸਲਮਾਨ ਭਾਈਚਾਰੇ ਨੇ ਵਿਰੋਧ ਕੀਤਾ। ਸੋ ਦੂਸਰਾ ਨੰਬਰ ਘੱਟ ਗਿਣਤੀਆਂ ਦੇ ਵਿੱਚ ਸਿੱਖਾਂ ਦਾ ਆਉਂਦਾ ਸੀ। ਸਿੱਖਾਂ ਨੇ ਮੁਸਲਮਾਨਾਂ ਦਾ ਸਾਥ ਤਾਂ ਜ਼ਰੂਰ ਦਿੱਤਾ, ਪਰ ਸਿੱਖਾਂ ਨੇ ਡਾਇਰੈਕਟਲੀ ਉਹਨਾਂ ਕਾਨੂੰਨਾਂ ਦਾ ਇੰਨਾ ਵਿਰੋਧ ਨਹੀਂ ਕੀਤਾ। ਉਹ ਕਹਿੰਦੇ ਕਿ ਸ਼ਾਇਦ ਸਾਡੇ ਉੱਤੇ ਹਜੇ ਫਿਲਹਾਲ ਦੀ ਘੜੀ ਇਹਨਾਂ ਦਾ ਬਹੁਤਾ ਕੋਈ ਬੁਰਾ ਅਸਰ ਨਹੀਂ ਹੈਗਾ, ਪਰ ਮੁਸਲਮਾਨਾਂ ਦੇ ਉੱਤੇ ਉਸ ਦਾ ਅਸਰ ਸੀਗਾ। ਸੋ ਉਹਨਾਂ ਨੇ ਦਿੱਲੀ ਦੇ ਵਿੱਚ ਜਾਂ ਹੋਰ ਸ਼ਹਿਰਾਂ ਦੇ ਵਿੱਚ ਵਿਰੋਧ ਕੀਤਾ। ਲੰਬਾ ਸਮਾਂ ਉਹ ਧਰਨੇ ਇਹ ਵੀ ਗੱਲ ਨਿਕਲ ਕੇ ਸਾਹਮਣੇ ਆਉਂਦੀ ਕਿ ਸਾਰੇ ਘੱਟ ਗਿਣਤੀਆਂ ਵਾਲੇ ਭਾਈਚਾਰਿਆਂ ਨੂੰ ਮਿਲ ਕੇ ਰਹਿਣਾ ਚਾਹੀਦਾ ਹੈ ਤਾਂ ਕਿ ਜਦੋਂ ਕੋਈ ਇਦਾਂ ਦੀ ਚੀਜ਼ ਆਵੇ ਤੇ ਉਹਦਾ ਜਿਹੜਾ ਵਿਰੋਧ ਕੀਤਾ ਜਾ ਸਕੇ। ਹਾਂਜੀ ਬਿਲਕੁਲ ਬਿਲਕੁਲ। ਬਾਕੀ ਜੇ ਆਪਾਂ ਹੁਣ ਇਹਨੂੰ ਅੱਗੇ ਵਧਾਈਏ ਤਾਂ NRC ਜਾਂ ਜਿਹੜੇ ਦੂਜੇ ਕਾਨੂੰਨ ਸੀ ਉਹਨਾਂ ਦਾ ਵਿਰੋਧ ਹੋਇਆ, ਪਰ ਮੋਦੀ ਸਰਕਾਰ ਟਸ ਤੋਂ ਮਸ ਨਹੀਂ ਹੋਈ। ਉਹ ਖਤਮ ਕਰ ਦਿੱਤੇ ਗਏ ਧਰਨੇ, ਕਿਉਂਕਿ ਉਸ ਵੇਲੇ ਕੋਵਿਡ ਵੀ ਸ਼ੁਰੂ ਹੋ ਗਿਆ। ਸੋ ਕੋਵਿਡ ਦੀ ਆੜ ਦੇ ਵਿੱਚ ਉਹ ਲੋਕਾਂ ਨੂੰ ਉਠਾ ਦਿੱਤਾ ਗਿਆ, ਘਰਾਂ ਨੂੰ ਭੇਜ ਦਿੱਤਾ ਜਿੰਨੇ ਮੁਸਲਮਾਨ ਭਾਈਚਾਰੇ ਦੇ ਲੋਕ ਦਿੱਲੀ ਦੇ ਵਿੱਚ ਬੈਠੇ ਸੀ। ਉਸ ਤੋਂ ਬਾਅਦ ਇੱਕ ਕਤਲੇਆਮ ਵੀ ਹੋਇਆ ਦਿੱਲੀ ਦੇ ਵਿੱਚ, ਤੁਸੀਂ ਜਾਣਦੇ ਹੋ ਕਿ ਬਹੁਤ ਸਾਰੇ ਮੁਸਲਮਾਨ, ਕੁਝ ਹਿੰਦੂ ਵੀ ਮਾਰੇ ਗਏ। ਆਪਸੀ ਇੱਕ ਦੰਗਾ ਬਣਾ ਕੇ ਸਰਕਾਰ ਦੀ ਇੱਕ ਪਲੈਨਿੰਗ ਸੀਗੀ, ਆਪਾਂ ਸਿੱਧੇ ਤੌਰ ਤੇ ਕਹੀਏ। ਸੋ ਹੁਣ ਜਦੋਂ ਆਪਾਂ ਗੱਲ ਕਰਦੇ ਹਾਂ ਕਿਸਾਨੀ ਸੰਘਰਸ਼ ਦੀ, ਇਹ ਕਾਮਯਾਬ ਕਿਉਂ ਹੋਇਆ? ਇਹਦੇ ਵਿੱਚ ਗੱਲਾਂ ਨੋਟ ਕਰਨ ਵਾਲੀਆਂ ਨੇ, ਖਾਸ ਤੌਰ ਤੇ ਜਿਹੜੇ ਸਾਡੇ ਪੰਜਾਬੀ ਨੇ ਗੱਲ ਨੂੰ ਸਮਝ ਲੈਣ। ਸੋ ਇਹ ਸੰਘਰਸ਼ ਇੰਨਾ ਵੱਡਾ ਕਿਵੇਂ ਹੋ ਗਿਆ? ਪਹਿਲੀ ਗੱਲ ਤਾਂ ਬਹੁਤਾਤ ਜਿਹੜੇ ਪੰਜਾਬੀ ਨੇ ਵਿਦੇਸ਼ਾਂ ਦੇ ਵਿੱਚ ਰਹਿੰਦੇ ਆ, ਇੰਟਰਨੈਸ਼ਨਲ ਲੈਵਲ ਦੇ ਉੱਤੇ ਲੈ ਕੇ ਜਾਣ ਦੇ ਵਿੱਚ ਬੜਾ ਵੱਡਾ ਹੱਥ ਵਿਦੇਸ਼ੀਆਂ ਦਾ ਰਿਹਾ। ਜੇ ਅੱਜ ਕਿਸਾਨ ਸੰਘਰਸ਼ ਬਾਰੇ ਡੋਨਲਡ ਟਰੰਪ ਜਾਣਦਾ ਤਾਂ ਉੱਥੇ ਰਹਿੰਦੇ ਪੰਜਾਬੀਆਂ ਦੇ ਕਰਕੇ ਆ। ਜੇ ਬੋਰਿਸ ਜੌਨਸਨ ਜੋ ਪ੍ਰਧਾਨ ਮੰਤਰੀ ਇੰਗਲੈਂਡ ਦਾ, ਜੇ ਉਹ ਜਾਣਦਾ ਤਾਂ ਉਹ ਵੀ ਪੰਜਾਬੀਆਂ ਦੇ ਕਰਕੇ ਆ। ਰਿਹਾਨਾ ਜਾਣਦੀ ਹੈ ਤਾਂ ਉਹ ਵੀ ਸਾਡੇ ਸੋਸ਼ਲ ਮੀਡੀਆ ਦੀ ਪਾਵਰ ਦੇ ਕਰਕੇ। ਦੂਸਰਾ ਜੀ, ਤੇ ਮਤਲਬ ਅਸੀਂ ਇਹ ਕਹਿ ਸਕਦੇ ਹਾਂ ਕਿ ਮਤਲਬ ਪੂਰੇ ਸੰਸਾਰ ਦੇ ਵਿੱਚ ਫੈਲਿਆ ਇਹ ਸੰਘਰਸ਼, ਤੇ ਉਹ ਦੇਣ ਹੈਗੀ ਆ ਕਿਤੇ ਨਾ ਕਿਤੇ ਸੋਸ਼ਲ ਮੀਡੀਆ ਤੇ ਸਾਡੇ ਪੰਜਾਬੀਆਂ ਦੀ। ਬਿਲਕੁਲ ਬਿਲਕੁਲ। ਜੇ ਹੁਣ ਆਪਾਂ NRIs ਤੋਂ ਬਾਅਦ ਜੇ ਹੁਣ ਪੰਜਾਬੀਆਂ ਦੀ ਗੱਲ ਕਰੀਏ ਤਾਂ ਇੱਕ ਸੋਸ਼ਲ ਮੀਡੀਆ ਇੱਕ ਐਸਾ ਪਲੇਟਫਾਰਮ ਸੀਗਾ ਜਿਹਨੇ ਇਹਨੂੰ ਦੁਨੀਆ ਭਰ ਦੇ ਵਿੱਚ ਪਹੁੰਚਾਇਆ। ਕੁਝ ਨਵੇਂ ਚੈਨਲਸ ਜਿਹੜੇ ਹੈਗੇ ਅੱਜ, ਵੈਬ ਚੈਨਲ ਜਿਨ੍ਹਾਂ ਨੂੰ ਆਪਾਂ ਕਹਿ ਦਿੰਦੇ ਹਾਂ, ਸੋ ਉਹਨਾਂ ਦਾ ਬੜਾ ਵੱਡਾ ਯੋਗਦਾਨ ਸੀ। ਦਿਨ ਰਾਤ ਉਹਨਾਂ ਨੇ ਵੀ ਉੱਥੇ ਆਪਣਾ ਜਿਹੜਾ ਹੈਗਾ ਕੀਤਾ, ਤੇ ਇਸ ਕਰਕੇ ਹੀ ਇਹ ਜਿਹੜਾ ਅੰਦੋਲਨ ਹੈ ਦੁਨੀਆ ਭਰ ਦੇ ਵਿੱਚ ਫੈਲ ਗਿਆ। ਟਵੀਟ ਕਰਨੇ ਪਏ ਵੱਡੇ ਵੱਡੇ ਲੋਕਾਂ ਨੂੰ। ਸੋ ਸਾਰਿਆਂ ਦੀ ਨਿਗਾਹ ਦੇ ਵਿੱਚ ਇਹ ਆਉਣ ਤੋਂ ਬਾਅਦ ਇੱਕ ਵਾਰੀ ਆਪਾਂ ਇਹ ਕਹਿ ਸਕਦੇ ਹਾਂ ਵੀ ਸਰਕਾਰ ਤੱਕ ਵੀ ਇਹ ਗੱਲਾਂ ਪਹੁੰਚੀਆਂ ਕਿ ਇਸ ਨੂੰ ਦਬਾਉਣਾ ਜਿਹੜਾ ਹੈ ਉਹ ਬੜਾ ਔਖਾ ਹੈ। ਚਾਹੇ ਅਸੀਂ ਇਹਨਾਂ ਨੂੰ ਕੁੱਟ ਮਾਰ ਕੇ ਜਾਂ ਫਿਰ ਕਤਲ ਕਰਕੇ ਭਜਾ ਸਕਦੇ ਸੀ ਉਦੋਂ ਤੱਕ, ਜਦੋਂ ਤੱਕ ਉਹ ਦਿੱਲੀ ਦੇ ਗੈਪ ਦੇ ਵਿੱਚ ਰਹਿ ਜਾਂਦੇ, ਦਿੱਲੀ ਤੋਂ ਬਾਹਰ ਗੱਲ ਨਾ ਜਾਂਦੀ। ਪਰ ਇਹ ਤਾਂ ਦੁਨੀਆ ਪੱਧਰ ਤੇ ਫੈਲ ਚੁੱਕਾ ਸੀ, ਇਸ ਕਰਕੇ ਉਹ ਚੀਜ਼ਾਂ ਉਹ ਕਰਨ ਦੇ ਵਿੱਚ ਕਾਮਯਾਬ ਨਹੀਂ ਹੋਏ। ਇੱਥੇ ਵੀ ਗੱਲ ਨਿਕਲ ਕੇ ਆਉਂਦੀ ਕਿ ਕਾਫੀ ਕੋਸ਼ਿਸ਼ਾਂ ਵੀ ਹੋਈਆਂ, ਕਦੀ ਖਾਲਿਸਤਾਨੀ, ਕਦੀ ਆਤੰਕਵਾਦੀ, ਕਦੀ ਕੁਝ ਕਿਹਾ ਗਿਆ, ਪਰ ਫਿਰ ਵੀ ਚਲੋ ਇਹ ਸੰਘਰਸ਼ ਕਾਮਯਾਬ ਰਿਹਾ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਇਹ ਕਾਨੂੰਨ ਵਾਪਸ ਲੈਣ ਪਿੱਛੇ ਉਹਨਾਂ ਦਾ ਮਤਲਬ ਕੀ ਰੀਜ਼ਨ ਹੋ ਸਕਦਾ ਹੈ? ਕਿ ਕੋਈ ਪੋਲੀਟੀਕਲ ਸਟੰਟ ਹੈ, ਪੰਜਾਬ ਦੀ ਇਲੈਕਸ਼ਨ ਆ ਰਹੀ ਹੈ ਜਾਂ UP ਦੀ ਆ ਰਹੀ ਹੈ, ਤੇ ਉਹਦੇ ਕਰਕੇ ਉਹਨਾਂ ਨੇ ਕੀਤਾ ਤਾਂ ਕਿ ਸੱਤਾ ਵਿੱਚ ਕਾਮਯਾਬ ਰਹਿ ਸਕਣ। ਦੇਖੋ, ਪਹਿਲੀ ਆਪਾਂ ਜਿਹੜਾ ਪੁਆਇੰਟ ਨੋਟ ਕਰ ਲਿਆ ਕਿ ਇੰਟਰਨੈਸ਼ਨਲ ਬਣ ਗਿਆ, ਦੁਨੀਆ ਦੀ ਨਜ਼ਰ ਦੇ ਵਿੱਚ ਆ ਗਿਆ। ਵੱਡੇ ਅਖਬਾਰ ਭਾਵੇਂ ਗਾਰਡੀਅਨ ਹੋਵੇ ਭਾਵੇਂ ਹੋਰ, ਉਹਨਾਂ ਨੇ ਕਵਰ ਕੀਤਾ, ਉਹਨਾਂ ਦੀਆਂ ਹੈਡਲਾਈਨਸ ਬਣੀਆਂ। ਅਸੀਂ ਖੁਦ ਕਈ ਵਾਰ ਗੋਰਿਆਂ ਦੇ ਵਿੱਚ ਜਾਂ ਹੋਰ ਲੋਕਾਂ ਦੇ ਵਿੱਚ ਜਿਹੜੇ ਨਾਨ ਪੰਜਾਬੀ, ਨਾਨ ਇੰਡੀਅਨ ਨੇ, ਉਹਨਾਂ 'ਚ ਵਿਚਰਦੇ, ਉਹ ਸਾਨੂੰ ਪੁੱਛਦੇ ਸੀ ਕਿ ਐਡੀ ਵੱਡੀ ਜਿਹੜੀ ਤੁਸੀਂ ਰੈਲੀ ਕੱਢੀ ਹੈ, ਕਾਰ ਰੈਲੀ ਕਿਉਂ ਕੱਢੀ ਹੈ? ਸੋ ਉਹਨਾਂ ਨੂੰ ਦੱਸੀਦਾ ਸੀਗਾ। ਸੋ ਇਹ ਵੀ ਇੱਕ ਪ੍ਰਚਾਰ ਕੀਤਾ ਗਿਆ। ਤੇ ਇੱਕ ਤਾਂ ਆਹ ਕਾਰਨ ਹੋ ਗਿਆ। ਦੂਸਰਾ ਹੋ ਗਿਆ ਕਿ ਘੱਟ ਗਿਣਤੀਆਂ ਦੇ ਵਿੱਚ ਮਨ ਦੇ ਵਿੱਚ ਇੱਕ ਇਸ ਵੇਲੇ ਬੌਖਲਾਹਟ ਪੈਦਾ ਹੋ ਰਹੀ ਹੈ BJP ਗਵਰਨਮੈਂਟ ਦੇ ਖਿਲਾਫ ਕਿ ਇਹ ਘੱਟ ਗਿਣਤੀਆਂ ਦੇ ਵਿਰੋਧੀ ਨੇ। ਕਿਉਂਕਿ ਜੇ ਕਿਸਾਨੀ ਦੀ ਗੱਲ ਕਰੀਏ ਤਾਂ ਪੂਰੇ ਭਾਰਤ ਦੇ ਵਿੱਚੋਂ ਵੱਡੇ ਪੱਧਰ ਦੇ ਉੱਤੇ ਸਿੱਖ ਕਿਸਾਨ ਹੀ ਨੇ, ਪੰਜਾਬ ਤੇ ਹਰਿਆਣਾ। ਸੋ ਪਹਿਲੇ ਨੰਬਰ ਤੇ ਸਿੱਖ ਆ ਜਾਂਦੇ ਜੋ ਕਿਸਾਨੀ ਦੇ ਨਾਲ ਸੰਬੰਧਿਤ ਹੈ, ਦੂਸਰੇ ਨੰਬਰ ਤੇ ਹਰਿਆਣਾ, ਉਹਦੇ ਵਿੱਚ ਸਾਡੇ ਹਿੰਦੂ ਭਰਾ ਆ ਜਾਂਦੇ ਆ। ਸੋ ਕਿਤੇ ਨਾ ਕਿਤੇ ਘੱਟ ਗਿਣਤੀਆਂ ਦੇ ਵਿੱਚ ਇਹ ਖਦਸ਼ਾ ਪੈਦਾ ਹੋ ਗਿਆ। ਇਹ ਜਿਹੜਾ ਕਿ BJP ਗਵਰਨਮੈਂਟ ਕਰ ਰਹੀ ਹੈ, ਸਮੇਂ-ਸਮੇਂ ਦੇ ਉੱਤੇ ਐਸੇ ਕਾਨੂੰਨ ਬਣਾਉਣੇ, ਕਦੀ ਇਹਨਾਂ ਨੂੰ ਅੱਤਵਾਦ ਦੇ ਨਾਲ ਜੋੜ ਦੇਣਾ, ਕਦੀ ਕੁਝ ਕਹਿ ਦੇਣਾ। ਸੋ ਇਸ ਵੇਲੇ ਇੱਕ ਵੱਡਾ ਕਾਰਨ ਇਹ ਵੀ ਮੰਨਿਆ ਜਾਂਦਾ ਹੈ ਕਿ ਘੱਟ ਗਿਣਤੀਆਂ ਨੂੰ ਆਪਣੇ ਪਾਲੇ ਦੇ ਵਿੱਚ ਸੁੱਟਣ ਲਈ, ਕਿਉਂਕਿ ਵੋਟਾਂ ਸਿਰ ਤੇ ਨੇ,
2-4 ਮਹੀਨੇ ਰਹਿ ਗਏ, ਸੋ ਵੋਟਾਂ ਵੀ ਆਉਣ ਵਾਲੀਆਂ, ਕਿ ਇਹ ਵੋਟ ਜਿਹੜੀ ਹੈ ਆਪਣੇ ਖਾਤੇ 'ਚ ਭੁਗਤਾਈ ਜਾ ਸਕੇ। ਪਿਛਲੇ ਸਮੇਂ ਦੇ ਵਿੱਚ ਤਕਰੀਬਨ ਆਪਾਂ ਪਿਛਲੇ ਮਹੀਨੇ ਦੇਖਿਆ ਜਾਂ ਉਸ ਤੋਂ ਪਹਿਲੇ ਮਹੀਨਿਆਂ ਦੇ ਵਿੱਚ ਕੁਝ ਸਟੇਟਾਂ ਦੇ ਵਿੱਚ ਜਿਹੜੀਆਂ ਵੋਟਾਂ ਹੋਈਆਂ, ਸੋ ਉਹਦੇ ਵਿੱਚ ਇਹਨਾਂ ਨੂੰ ਮੂੰਹ ਦੀ ਖਾਣੀ ਪਈ ਹੈ। ਬੀਜੇਪੀ ਗਵਰਨਮੈਂਟ ਬਿਲਕੁਲ ਫੇਲ ਰਹੀ ਹੈ। ਸੋ ਇਹ ਚੀਜ਼ਾਂ ਨੂੰ ਭਾਂਪ ਰਹੇ ਨੇ ਕਿ ਜੇਕਰ ਅਸੀਂ ਇਸੇ ਤਰ੍ਹਾਂ ਆਪਣੀ ਜਿੱਤ ਤੇ ਅੜੇ ਰਹੇ ਤਾਂ ਅਗਲੀ ਜਿਹੜੀ ਵਿਧਾਨ ਸਭਾ ਦੀ ਚੋਣ ਹੋਣੀ ਹੈ ਉਹਦੇ ਵਿੱਚ ਇੱਕ ਵੀ ਸੀਟ ਨਹੀਂ ਸਾਨੂੰ ਮਿਲਣੀ। ਸੋ ਇਸ ਕਰਕੇ ਵੀ ਇਹ ਹੋ ਸਕਦਾ, ਇਹ ਦੂਸਰਾ ਪੁਆਇੰਟ ਹੈਗਾ। ਜਿਵੇਂ ਇਤਿਹਾਸ ਗਵਾ ਰਿਹਾ ਕਿ ਹਰ 100 ਸਾਲ ਬਾਅਦ ਕੋਈ ਨਾ ਕੋਈ ਕ੍ਰਾਂਤੀ ਆਉਂਦੀ ਹੈ ਜਿਹੜੀ ਬਿਲਕੁਲ ਹੀ ਜਿਹੜਾ ਤਖਤਾ ਪਲਟ ਕਰ ਦਿੰਦੀ ਆ, ਕਿ ਤੁਹਾਨੂੰ ਲੱਗਦਾ ਹੈ ਕਿ ਸਰਕਾਰ ਇਸ ਚੀਜ਼ ਨੂੰ ਵੀ ਸਮਝ ਰਹੀ ਹੈ ਕਿ ਇਹ ਜਿਹੜਾ ਕਿਸਾਨੀ ਸੰਘਰਸ਼ ਸੀ ਉਸ ਕ੍ਰਾਂਤੀ ਵੱਲ ਦਾ ਪਹਿਲਾ ਸਟੈਪ ਹੋ ਸਕਦਾ ਸੀ? ਬਿਲਕੁਲ ਜੀ, ਬਿਲਕੁਲ, ਕਿਉਂਕਿ ਇਹ ਜਿਹੜਾ ਕਿਸਾਨੀ ਦਾ ਸੰਘਰਸ਼ ਸੀ ਇਹਨੇ ਦੁਨੀਆ ਦੇ ਵਿੱਚ ਮੀਲ ਪੱਥਰ ਪੈਦਾ ਕਰ ਦਿੱਤੇ ਨੇ। ਕਿਉਂਕਿ ਜਦੋਂ ਵੀ ਆਪਾਂ ਗੱਲ ਕਰਦੇ ਹੁੰਦੇ ਆ ਨਾ ਕਿ ਪੰਜਾਬ ਹਰ ਇੱਕ ਲਹਿਰ ਦੇ ਵਿੱਚ ਮੋਢੀ ਰਿਹਾ, ਸੋ ਦੁਨੀਆ ਦੇ ਵਿੱਚ ਵੀ ਹੁਣ ਕਿਸਾਨੀ ਦਾ ਮੋਢੀ ਵੀ ਬਣ ਗਿਆ। ਕਿਉਂਕਿ ਫਰਾਂਸ ਦੇ ਵਿੱਚ ਵੀ ਬੜੇ ਲੰਬੇ ਸਮੇਂ ਤੋਂ ਫਾਰਮਿੰਗ ਦਾ ਚੱਕਰ ਹੈਗਾ, ਉੱਥੇ ਵੀ ਉਹਨਾਂ ਦਾ ਸਰਕਾਰ ਦੇ ਨਾਲ ਆਏ ਦਿਨ ਕੋਈ ਨਾ ਕੋਈ ਰਗੜਾ ਝਗੜਾ ਪਿਆ ਰਹਿੰਦਾ। ਉਸ ਤੋਂ ਬਾਅਦ ਜੇ ਹੁਣ ਵੱਡੀਆਂ ਕੰਟਰੀਆਂ ਦੀ ਗੱਲ ਕਰੀਏ, ਅਮਰੀਕਾ, ਕੈਨੇਡਾ, ਉਹ ਵੀ ਖੇਤੀ ਬੜੇ ਵੱਡੇ ਪੱਧਰ ਤੇ ਕਰਦੀਆਂ। ਸੋ ਉਹਨਾਂ ਦੇ ਵੀ ਹੱਕ ਨੇ, ਉਹਨਾਂ ਦੇ ਵੀ ਜਿਹੜੇ ਐਸੇ ਕਾਨੂੰਨ ਬਣਦੇ ਰਹਿੰਦੇ ਆ। ਸੋ ਹੁਣ ਇਹ ਜਿਹੜਾ ਸੰਘਰਸ਼ ਹੈ ਕਾਮਯਾਬ ਹੋਇਆ। ਇਸ ਤੋਂ ਬਾਅਦ ਹੁਣ ਉਹ ਲੋਕ ਵੀ ਇਸ ਨੂੰ ਫੋਲੋ ਕਰਨਗੇ, ਉੱਥੋਂ ਦੇ ਫਾਰਮਰ, ਅਮਰੀਕਾ ਦੇ ਹੋ ਗਏ, ਫਰਾਂਸ ਦੇ ਹੋ ਗਏ, ਸਪੇਨ ਦੇ ਹੋ ਗਏ। ਸੋ ਸਾਰੇ ਸਾਡੇ ਵੱਲ ਨਿਗਾਹ ਜਿਹੜਾ ਰੱਖ ਕੇ ਬੈਠੇ ਹੋਏ ਸੀ ਕਿ ਜੇ ਇਹ ਕਾਮਯਾਬ ਹੋ ਜਾਂਦੇ ਫਿਰ ਅਸੀਂ ਆਪਣੀਆਂ ਮੰਗਾਂ ਮਨਾਵਾਂਗੇ। ਸੋ ਹੁਣ ਇੱਕ ਦੁਨੀਆ ਦੇ ਵਿੱਚ ਫੇਰ ਬਦਲ ਇਸ ਤਰ੍ਹਾਂ ਹੋਣਾ ਹੈ ਕਿ ਹੁਣ ਕਿਸਾਨੀ ਹੋਵੇ ਜਾਂ ਫਿਰ ਸੰਘਰਸ਼ ਕਰਦੀ ਕੋਈ ਵੀ ਲਹਿਰ ਹੋਵੇ, ਸੋ ਵੱਧ ਚੜ ਕੇ ਉਹ ਜਿਹੜਾ ਨਿਤਰੇਗੀ ਸਰਕਾਰਾਂ ਦੇ ਖਿਲਾਫ ਤੇ ਆਪਣੀਆਂ ਮੰਗਾਂ ਮਨਵਾਵੇਗੀ। ਉਹ ਕੀ ਤੁਸੀਂ ਇਹ ਵੀ ਸੋਚਦੇ ਆ ਕਿ ਲਾਈਕ ਇਹ ਸੰਘਰਸ਼ ਸਿਰਫ ਘੱਟ ਗਿਣਤੀਆਂ ਦਾ ਨਹੀਂ ਸੀ, ਪੂਰੇ ਹਿੰਦੁਸਤਾਨ ਦੇ ਕਿਸਾਨਾਂ ਦਾ ਸੀਗਾ? ਕਿਉਂਕਿ ਯੂਪੀ ਤੋਂ, ਬਿਹਾਰ ਤੋਂ, ਹਰ ਜਗ੍ਹਾ ਤੋਂ, ਹਰਿਆਣਾ ਤੋਂ, ਪੰਜਾਬ ਤੋਂ ਸਾਰੇ ਕਿਸਾਨ ਮਿਲ ਕੇ ਉੱਥੇ ਬੈਠੇ ਨੇ। ਤੇ ਤੁਸੀਂ ਇਸ ਚੀਜ਼ ਨੂੰ ਕਿਸ ਹਿਸਾਬ ਨਾਲ ਦੇਖਦੇ ਹੋ ਕਿ ਸਿਰਫ ਘੱਟ ਗਿਣਤੀਆਂ ਦਾ ਨਹੀਂ ਸੀ? ਬਿਲਕੁਲ ਜੀ, ਅਸੀਂ ਸਾਰਿਆਂ ਦੀ ਕਦਰ ਕਰਦੇ ਹਾਂ। ਜਿਹੜੇ ਵੀ ਸਟੇਟਾਂ, ਜਿਹੜੇ ਲੋਕ, ਜਿਸ ਧਰਮ ਦੇ ਨਾਲ ਸੰਬੰਧਿਤ ਲੋਕ ਇਸ ਸੰਘਰਸ਼ ਦੇ ਵਿੱਚ ਆਏ, ਪਰ ਮੈਂ ਦਾਅਵੇ ਨਾਲ ਇੱਕ ਗੱਲ ਕਹਿ ਸਕਦਾ ਵੀ ਪੰਜਾਬੀਆਂ ਦੀ ਸ਼ਮੂਲੀਅਤ ਇਹਦੇ ਵਿੱਚ ਸਭ ਨਾਲੋਂ ਜ਼ਿਆਦਾ ਸੀ। ਸੋ ਪੰਜਾਬੀਆਂ ਦੀ ਉਸ ਤੋਂ ਬਾਅਦ ਜਿਹੜਾ ਉੱਥੇ ਲੰਗਰਾਂ ਦੇ ਪ੍ਰਵਾਹ ਚੱਲੇ, ਉਹ ਵੀ ਪੰਜਾਬ ਦੀ ਸੀਗੀ, ਸਾਰਾ ਜਿਹੜਾ ਸਿੱਧੇ ਤੌਰ ਤੇ ਲੈਣ ਦੇਣ, ਹਨਾ। ਤੇ ਜਿੰਨੀਆਂ ਸ਼ਹਾਦਤਾਂ ਜਿਹਨਾਂ ਨੂੰ ਆਪਾਂ ਕਿਹਾ ਜਾ ਰਿਹਾ ਜਾਂ ਕੁਰਬਾਨੀਆਂ ਕਹਿ ਲਓ, ਜਾਂ ਜਿਹੜੇ ਲੋਕ ਉੱਥੇ ਮਾਰੇ ਗਏ, ਸੋ ਉਹ ਵੀ ਜ਼ਿਆਦਾਤਰ ਜਿਹੜੇ ਆਲਮੋਸਟ ਆਪਾਂ ਕਹਿ ਦਿੰਦੇ ਆ ਵੀ ਉਹ ਵੀ ਪੰਜਾਬੀ ਸੀ, ਪੰਜਾਬ ਦੇ ਨਾਲ ਸੰਬੰਧਿਤ ਸੀਗੇ। ਸੋ ਇਸ ਕਰਕੇ ਸਭ ਤੋਂ ਪਹਿਲਾਂ ਇਹਦਾ ਸਿਹਰਾ ਪੰਜਾਬ ਨੂੰ ਹੀ ਜਾਂਦਾ ਹੈ। ਬਾਕੀ ਚਲੋ ਇਤਿਹਾਸ ਰਿਹਾ ਹੀ ਆ ਪੰਜਾਬ ਦਾ ਕਿ ਆਜ਼ਾਦੀ ਦੇ ਟਾਈਮ ਤੇ ਵੀ ਜਿਹੜਾ ਜ਼ਿਆਦਾ ਕੁਰਬਾਨੀਆਂ ਪੰਜਾਬੀਆਂ ਦੀਆਂ ਹੋਈਆਂ ਨੇ। ਹਾਂ, ਪਰ ਉਹਦਾ ਜਿਹੜਾ ਬੈਨੀਫਿਟ ਕਹਿ ਲਈਏ ਜਾਂ ਫਿਰ ਉਹਦੇ ਬਦਲੇ ਕੀ ਮਿਲਦਾ ਹੈਗਾ, ਉਹ ਸੰਘਰਸ਼ ਦੇ ਰਾਹ ਆਪਾਂ ਪੈ ਜੰਨੇ। ਹਰ ਵਾਰ ਕੁਰਬਾਨੀਆਂ ਵੀ ਅਸੀਂ ਕਰਦੇ ਹਾਂ, ਸਾਡੇ ਨਾਲ ਸਾਰਾ ਕੁਝ ਹੁੰਦਾ ਵੀ ਹੈ, ਪਰ ਸਾਨੂੰ ਉਹਦਾ ਜਿਹੜਾ ਹੈ ਕੋਈ ਵੀ ਸਿੱਟਾ ਨਹੀਂ ਮਿਲਦਾ, ਉਲਟਾ ਅਸੀਂ ਹੋਰ ਸੰਘਰਸ਼ ਦੇ ਰਾਹ ਪੈ ਜੰਨੇ ਹਾਂ। ਤੁਹਾਨੂੰ ਲੱਗਦਾ ਹੈ ਕਿ ਇਹ ਸੰਘਰਸ਼ ਜਿਹੜਾ ਕਾਮਯਾਬ ਹੋਣ ਦਾ ਇੱਕ ਕਾਰਨ ਸਾਰੇ ਦੇਸ਼ ਦੇ ਕਿਸਾਨਾਂ ਦਾ ਇਕਮੁੱਠ ਹੋਣਾ ਵੀ ਹੈ? ਇਕਮੁੱਠ ਵਾਲੀ ਗੱਲ ਮੈਂ ਤੁਹਾਨੂੰ ਦੱਸ ਦਿੱਤੀ ਹੈ ਕਿ ਸਭ ਤੋਂ ਜ਼ਿਆਦਾ ਜਿਹੜਾ ਸ਼ਮੂਲੀਅਤ ਹੈਗੀ ਉਹ ਪੰਜਾਬ ਨੇ ਕੀਤੀ ਹੈ। ਦੂਸਰਾ ਨੰਬਰ ਹਰਿਆਣੇ ਦਾ, ਯੂਪੀ, ਮੱਧ ਪ੍ਰਦੇਸ਼, ਆਂਧਰ ਪ੍ਰਦੇਸ਼ ਜਾਂ ਉਹ ਸੀਗੇ, ਉਹਨਾਂ ਨੇ ਸਮੇਂ-ਸਮੇਂ ਦੇ ਉੱਤੇ ਆਪਣੀਆਂ ਹਾਜ਼ਰੀਆਂ ਜ਼ਰੂਰ ਲਵਾਈਆਂ। ਪਰ ਜਿਹੜਾ ਜ਼ਿਆਦਾ ਇਕਮੁੱਠ ਹੋਣ ਵਾਲੀ ਗੱਲ ਹੈ, ਇਕਮੁੱਠ ਹੋਣਾ ਉਹ ਹੋਣਾ ਸੀ ਜਿੱਦਣ ਆਪਾਂ ਪੂਰਾ ਦੇਸ਼ ਇੱਕ ਟਾਈਮ ਦੇ ਉੱਤੇ ਜਾਮ ਕਰ ਦਿੰਦੇ। ਜਿਵੇਂ ਪੰਜਾਬੀਆਂ ਦੀ ਸ਼ਮੂਲੀਅਤ ਸੀ ਉਸੇ ਤਰ੍ਹਾਂ ਦੂਸਰਿਆਂ ਦੀ ਹੁੰਦੀ, ਦਿੱਲੀ ਘੇਰ ਲਈ ਜਾਂਦੀ ਤਾਂ ਲੰਬਾ ਸੰਘਰਸ਼ ਨਾ ਚੱਲਦਾ। ਸੋ ਇਹਦੇ ਵਿੱਚ ਸਾਡੀ ਢਿੱਲ ਮੱਠ ਰਹੀ ਹੈ। ਆਪਾਂ ਢਿੱਲ ਮੱਠ ਨਹੀਂ ਕਵਾਂਗੇ, ਬੜਾ ਜੋਸ਼ ਦੇ ਨਾਲ ਕੰਮ ਕੀਤਾ ਸਾਰੇ ਜਿੰਨੇ ਵੀ ਕਿਸਾਨ ਸੀਗੇ, ਪਰ ਇਹ ਲੰਬਾ ਪਿਆ ਤਾਂ ਕਰਕੇ ਕਿਉਂਕਿ ਕਿਤੇ ਨਾ ਕਿਤੇ ਸਾਡੇ 'ਚ ਕਮੀਆਂ ਵੀ ਰਹੀਆਂ। ਇਹ ਸੰਘਰਸ਼ ਪਿੰਡਾਂ ਵਿੱਚ ਚਲਾ ਗਿਆ, ਬੱਚੇ ਵਿੱਚ ਚਲਾ ਗਿਆ, ਮਤਲਬ ਵਾਕਈ ਪੰਜਾਬ ਦੀ ਸ਼ਮੂਲੀਅਤ ਇਹਦੇ ਵਿੱਚ ਬਹੁਤ ਜ਼ਿਆਦਾ ਰਹੀ ਹੈ। ਸੋ ਜਿਹੜੇ ਹੁਣ ਇਹ ਉਹਨਾਂ ਨੇ ਕਿਹਾ ਕਿ ਅਸੀਂ ਵਾਪਸ ਲੈ ਲਾਂਗੇ, ਪਰ ਹਾਲੇ ਤੱਕ ਧਰਨਾ ਚੱਕਿਆ ਨਹੀਂ ਗਿਆ ਤੇ ਕਿਸਾਨਾਂ ਨੇ ਕਿਹਾ ਅਸੀਂ ਚੱਕਣਾ ਵੀ ਨਹੀਂ ਹੈ ਜਦ ਤੱਕ ਇਹ ਲਿਖਤੀ ਵਿੱਚ ਨਹੀਂ ਆਉਂਦਾ। ਤੇ ਉਸ ਤੋਂ ਇਲਾਵਾ ਤੁਸੀਂ ਜਰਾ ਸਾਡੇ ਦਰਸ਼ਕਾਂ ਨੂੰ ਦੱਸ ਸਕਦੇ ਹੋ ਕਿ ਹੋਰ ਕਿਹੜੀਆਂ ਮੰਗਾਂ ਨੇ ਜਿਹੜੇ ਕਿਸਾਨ ਲੈ ਕੇ ਬੈਠੇ ਹੋਏ ਨੇ? ਦੇਖੋ, ਮੰਗਾਂ ਤਿੰਨ ਹੀ ਸੀ, ਠੀਕ ਹੈ ਜੀ। ਉਹਦੇ ਨਾਲ MSP ਦੀ ਗੱਲ ਸੀ। MSP ਜਿਹੜੀ ਹੈ ਉਹ ਪੰਜਾਬ ਤੇ ਹਰਿਆਣੇ ਨੂੰ 1966 ਤੋਂ ਮਿਲੀ ਹੋਈ ਹੈ, ਠੀਕ ਹੈ ਜੀ। ਉਹਦਾ ਕੋਈ ਰੌਲਾ ਨਹੀਂ ਹੈਗਾ, ਉਹਨਾਂ ਨੇ ਰੱਦ ਵੀ ਨਹੀਂ ਕੀਤੀ ਅਜੇ ਤੱਕ, ਫਿਲਹਾਲ ਆਪਾਂ ਇਹ ਕਹਿ ਸਕਦੇ ਹਾਂ। ਸੋ ਮੇਨ ਸਾਡੀਆਂ ਤਿੰਨ ਮੰਗਾਂ ਨੇ ਜੋ ਨਰਿੰਦਰ ਮੋਦੀ ਹੋਰਾਂ ਨੇ ਕਹਿ ਦਿੱਤਾ ਕਿ ਅਸੀਂ 29 ਤਰੀਕ ਨੂੰ ਜਦੋਂ ਪਹਿਲਾ ਜਿਹੜਾ ਸੈਸ਼ਨ ਸਾਡਾ ਬਹਿਣਾ ਉਹਦੇ ਵਿੱਚ ਅਸੀਂ ਲਿਖਤੀ ਤੌਰ ਦੇ ਉੱਤੇ ਇਹਨਾਂ ਨੂੰ ਰੱਦ ਕਰ ਦਿਆਂਗੇ। ਸੋ ਹੁਣ ਚਾਹੀਦਾ ਇਹ ਹੈ ਕਿ 29 ਤਰੀਕ ਦੀ ਵੇਟ ਕੀਤੀ ਜਾਵੇ, ਲਿਖਤੀ ਰੂਪ ਦੇ ਵਿੱਚ ਤਿੰਨ ਮੰਗਾਂ ਤੇ MSP ਲਈ ਜਾਵੇ, ਉਸ ਤੋਂ ਬਾਅਦ ਕਿਸਾਨਾਂ ਨੂੰ ਘਰ ਤੋਰ ਦਿੱਤਾ ਜਾਵੇ। ਜੇ ਹੁਣ ਇੱਥੇ ਆਪਾਂ ਇਹ ਕਹਿ ਦਿੰਦੇ ਹਾਂ ਵੀ ਹੁਣ ਸਾਡੇ ਕੋਈ ਕੁਝ ਕਿਸਾਨ ਆਗੂ ਇਸ ਤਰ੍ਹਾਂ ਦੇ ਵੀ ਨੇ, ਉਹ ਕਹਿੰਦੇ ਕਿ ਨਹੀਂ ਸਾਡੀਆਂ ਫਲਾਨੀਆਂ ਵੀ ਮੰਗਾਂ ਨੇ, ਉਹ ਫਲਾਨੀ ਵੀ ਮੰਗ ਹੈਗੀ ਆ, 7-8 ਹੋਰ ਕੱਢ ਦਿੱਤੀਆਂ। ਬਿਜਲੀ ਵਾਲੀ MSP
ਰਿਟਰਨ ਚ ਚਾਹੁੰਦੇ ਨੇ ਐਮਐਸਪੀ ਦਾ। ਐਮਐਸਪੀ ਰਿਟਰਨ ਦੇ ਵਿੱਚ ਮਿਲ ਜਾਵੇ, ਆ 3 ਮੰਗਾਂ ਹੋ ਜਾਣ ਤੇ ਇਸ ਤੋਂ ਬਾਅਦ ਸੰਘਰਸ਼ ਨੂੰ ਖਤਮ ਕਰ ਦੇਣਾ ਚਾਹੀਦਾ ਹੈ। ਉਹਨੂੰ ਸਫਲਤਾ ਦੇ ਝੰਡੇ ਗੱਡ ਕੇ ਕਹਿ ਦੇਣਾ ਚਾਹੀਦਾ ਵੀ ਆਪਾਂ ਇਹ ਜਿਹੜਾ ਸੰਘਰਸ਼ ਹੈਗਾ ਜਿੱਤ ਲਿਆ। ਨਾ ਕਿ ਕਿਉਂਕਿ ਕਿਸਾਨ ਜਿਹੜੇ ਇੱਥੋਂ ਗਏ ਹੋਏ ਨੇ ਉਹ ਵੀ ਆਰਥਿਕ ਤੌਰ ਤੇ ਬਹੁਤ ਕਮਜ਼ੋਰ ਹੋ ਚੁੱਕੇ ਆ। ਪਿੱਛੇ ਫਸਲਾਂ ਸਾਂਭਣ ਵਾਲਾ ਕੋਈ ਨਹੀਂ ਹੈ, ਬੜੀਆਂ ਮੌਤਾਂ ਹੋ ਗਈਆਂ। ਜਿੰਨੀ ਦੇਰ ਆਪਾਂ ਜ਼ਿਆਦਾ ਬੈਠਾਂਗੇ ਉਹ ਮੌਤਾਂ ਹੋਰ ਹੋਣਗੀਆਂ, ਲੋਕੀ ਆਰਥਿਕ ਤੌਰ ਦੇ ਉੱਤੇ ਕਮਜ਼ੋਰ ਹੋਣਗੇ। ਸੋ 3 ਮੰਗਾਂ ਐਮਐਸਪੀ ਨੂੰ ਲੈ ਕੇ ਜਿੱਦਣ ਸਾਰਾ ਕੁਝ ਹੋ ਜਾਂਦਾ ਤਾਂ ਇਹਨਾਂ ਨੂੰ ਜਿਹੜੇ ਕਿਸਾਨ ਨੇ ਜਿਨ੍ਹਾਂ ਨੇ ਐਡਾ ਲੰਬਾ ਸੰਘਰਸ਼ ਕੀਤਾ ਇਹਨਾਂ ਨੂੰ ਵਾਪਸ ਭੇਜ ਦੇਣਾ ਚਾਹੀਦਾ। ਬਾਕੀ ਜਿਹੜੀਆਂ ਮੰਗਾਂ ਨੇ ਉਹ ਅਲੱਗ ਟਾਈਮ ਦੇ ਉੱਤੇ, ਜੇ ਹੁਣ ਬਾਕੀ ਮੰਗਾਂ ਦੀ ਗੱਲ ਕਰੀਏ ਤਾਂ ਬਹੁਤ ਸਾਰੀਆਂ ਨੇ। ਹੁਣ ਕਿਸਾਨਾਂ ਦੇ ਕਰਜ਼ੇ ਦੀ ਮੰਗ ਕਿਹੜਾ ਛੋਟੀ ਹੈ, ਕਿੰਨੇ ਕਿਸਾਨ ਜਿਹੜੇ ਪੰਜਾਬ ਦੇ ਨੇ ਆਏ ਸਾਲ ਪਰ ਇਹ ਕਿਹਾ ਜਾ ਰਿਹਾ ਨਾ ਕਿ ਐਮਐਸਪੀ ਸਿਰਫ ਰਿਟਰਨ ਵਿੱਚ ਨਹੀਂ ਚਾਹੀਦੀ, ਨਾਲ ਹਰ ਸਾਲ ਉਹਦੀ ਪਰਸੈਂਟੇਜ ਵਧਣੀ ਚਾਹੀਦੀ ਆ ਤੇ ਇਹ ਕੰਮ ਕਰ ਦੇਵੇ ਸਰਕਾਰ, ਚਾਹੇ ਕਰਜ਼ੇ ਮਾਫ ਨਾ ਕਰੇ। ਦੇਖੋ ਐਮਐਸਪੀ ਦੀ ਫਿਰ ਗੱਲ ਉੱਥੇ ਹੀ ਆ ਜਾਂਦੀ ਹੈ ਪਰਸੈਂਟੇਜ। ਮੈਂ ਪਹਿਲਾਂ ਵੀ ਕਿਸੇ ਵਿਦਵਾਨ ਦੇ ਕੋਲੋਂ ਇਹ ਗੱਲਾਂ ਸੁਣ ਚੁੱਕਿਆ ਕਿ ਪਰਸੈਂਟੇਜ ਜਿਹੜੀ ਹੈਗੀ ਐਮਐਸਪੀ ਦੀ ਇੱਥੇ ਨਹੀਂ ਰਹਿੰਦੀ, ਹਰ ਸਾਲ ਵੱਧਦੀ ਹੈ। ਜਿਵੇਂ ਦੁਨੀਆ ਦੀ ਇਕਨੋਮੀ ਤੇ ਅਸਰ ਪੈ ਰਿਹਾ, ਦਿਨੋਂ ਦਿਨ ਗਰੋ ਵੀ ਕਰ ਰਹੀ ਹੈ, ਕਿਤੇ ਡਾਊਨ ਵੀ ਹੁੰਦੀ ਹੈ। ਸ਼ੇਅਰ ਬਾਜ਼ਾਰ ਦੀ ਆਪਾਂ ਗੱਲ ਕਰ ਲਈਏ ਸੋ ਵੀ ਅਪ ਡਾਊਨ ਹੁੰਦਾ ਰਹਿੰਦਾ। ਹੁਣ ਆਪਾਂ ਪੈਟਰੋਲ ਦੀ ਲੈ ਲਈਏ ਐਗਜ਼ਾਮਪਲ, ਲੈ ਲਈਏ ਤੇਲ ਦੀ, ਅੱਜ ਬੜਾ ਰੌਲਾ ਪਿਆ ਹੋਇਆ। ਸੋ ਆਪਾਂ ਦੇਖੀਏ 20 ਸਾਲ ਪਹਿਲਾਂ ਕਿੰਨਾ ਸੀ ਤੇ ਅੱਜ ਸਾਨੂੰ ਕਿੱਥੇ ਮਿਲਦਾ। ਇਸੇ ਤਰ੍ਹਾਂ ਐਮਐਸਪੀ ਦੀ ਵੀ ਗੱਲ ਇਹ ਹੈ ਵੀ ਉਹ ਝੋਨਾ ਜਾਂ ਫਿਰ ਤੁਹਾਡੀ ਕਣਕ ਜਿਹੜੀ ਹੈ ਉਹ ਜਿਹੜਾ 20 ਸਾਲ ਪਹਿਲਾਂ ਵਾਲਾ ਰੇਟ ਸੀ ਉਹ ਤਾਂ ਅੱਜ ਹੈ ਨਹੀਂ, ਉਹ ਵਧਿਆ ਹੀ ਹੈ ਨਾ। ਸੋ ਇਸੇ ਤਰ੍ਹਾਂ ਆਉਣ ਵਾਲੇ ਸਾਲਾਂ 'ਚ ਪਰਸੈਂਟੇਜ ਵਧੇਗੀ, ਭਾਵੇਂ ਘੱਟ ਵਧੇ। ਸੋ ਇਹ ਇੱਕ ਵੱਡਾ ਰੌਲਾ ਨਹੀਂ ਹੈਗਾ। ਜੇ ਕਿਸਾਨੀ ਦੀਆਂ ਮੰਗਾਂ ਦੀ ਗੱਲ ਕਰੀਏ ਤਾਂ ਬਹੁਤ ਨੇ, ਕਰਜ਼ੇ ਕੁਰਜ਼ੇ ਜਾਂ ਹੋਰ ਬੜੀਆਂ ਮੰਗਾਂ ਹੈਗੀਆਂ, ਸੋ ਸਮੇਂ-ਸਮੇਂ ਤੇ ਦੇਖੀਆਂ ਜਾਣਗੀਆਂ। ਪਰ ਜਿਵੇਂ ਕਰਜ਼ੇ ਮਾਫੀ ਦੀ ਜਗ੍ਹਾ ਤੇ ਜੇ ਕਿਸਾਨਾਂ ਨੂੰ ਜ਼ਿਆਦਾ ਓਪਰਚੁਨਿਟੀਜ਼ ਦਿੱਤੀਆਂ ਜਾਣ, ਵਧੀਆ ਫੈਸਿਲਿਟੀਜ਼ ਦਿੱਤੀਆਂ ਜਾਣ, ਉਹ ਜ਼ਿਆਦਾ ਸਹੀ ਨਹੀਂ? ਬਿਲਕੁਲ, ਕੋਈ ਸ਼ੱਕ ਨਹੀਂ ਇਹਦੇ ਵਿੱਚ ਕਿ ਉਹਨਾਂ ਨੂੰ ਇੰਨਾ ਕਾਬਲ ਬਣਾ ਦਿਓ ਕਿ ਉਹ ਆਪਣੇ ਖਰਚੇ ਆਪਣੀ ਜੇਬ ਦੇ ਵਿੱਚੋਂ ਪੂਰੇ ਕਰਨ। ਜਿਵੇਂ ਆਪਾਂ ਹਮੇਸ਼ਾ ਗੱਲ ਕਰਦੇ ਹੁੰਦੇ ਆ ਕਿ ਬਾਹਰਲੇ ਦੇਸ਼ ਬੰਦੇ ਨੂੰ ਇੰਨਾ ਕਾਬਲ ਬਣਾ ਦਿੰਦੇ ਆ ਕਿ ਉਹ ਆਪਣੇ ਕਰਜ਼ੇ ਕੀ ਪਿਛੋਕੜ ਦੇ ਪਿਛਲੇ ਵੀ ਕਰਜ਼ੇ ਲਾ ਦਿੰਦਾ ਜਿੱਥੋਂ ਉਹ ਆਇਆ ਹੁੰਦਾ, ਮਤਲਬ ਕਿ ਆਪਣੇ ਪਰਿਵਾਰ ਦੇ ਵੀ ਕਰਜ਼ੇ ਲਾ ਦਿੰਦਾ। ਸੋ ਕਿਸਾਨ ਨੂੰ ਤੁਸੀਂ ਇੰਨਾ ਕਾਮਯਾਬ ਕਰ ਦਿਓ, ਇੰਨਾ ਉਹਨੂੰ ਚੁੱਕ ਦਿਓ ਆਪਣੀਆਂ ਫੈਸਿਲਿਟੀਜ਼ ਦੇ ਨਾਲ, ਉਹਨੂੰ ਇੰਨਾ ਮਤਲਬ ਕਿ ਦੇ ਦਿਓ, ਫੈਸਿਲਿਟੀਜ਼ ਦੇ ਦਿਓ ਜਾਂ ਫਿਰ ਆਪਣਾ ਹੋਰ ਔਜ਼ਾਰ ਮੁਹੱਈਆ ਕਰਵਾ ਦਿਓ ਜਿਹਦੇ ਨਾਲ ਉਹ ਫਸਲ ਬੀਜੇ, ਉਹਨੂੰ ਵੱਧ ਅਧਿਕਾਰ ਹੋਣ, ਕਿੱਥੇ ਕਿੱਥੇ ਆਪਣੀ ਫਸਲ ਭੇਜ ਸਕਦਾ, ਕੀ ਕਰ ਸਕਦਾ, ਕੀ ਨਹੀਂ ਕਰ ਸਕਦਾ। ਸੋ ਆਪਣੇ ਕਰਜ਼ੇ ਆਪੇ ਲਾ ਲੂਗਾ ਉਹ। ਮਤਲਬ ਅਸੀਂ ਕਹਿ ਸਕਦੇ ਹਾਂ ਕਿ ਕਿਸਾਨਾਂ ਨੂੰ ਹੁਣ 29 ਤਰੀਕ ਤੋਂ ਬਾਅਦ ਉੱਥੋਂ ਆਪਣਾ ਧਰਨਾ ਚੱਕ ਕੇ ਵਾਪਸ ਆਉਣਾ ਚਾਹੀਦਾ ਹੈ ਤਾਂ ਕਿ ਉਹ ਆਪਣੀ ਜਿਹੜੀ ਆਰਥਿਕ ਮੰਦੀ ਆਈ ਆ ਉਹਨੂੰ ਠੀਕ ਕਰ ਸਕਣ ਤੇ ਜੇ ਕੋਈ ਸੰਘਰਸ਼ ਦੁਬਾਰਾ ਕਰਨ ਦੀ ਲੋੜ ਪੈਂਦੀ, ਜਿਵੇਂ ਕਿ ਕਿਸਾਨੀ ਦੀਆਂ ਸਮੱਸਿਆਵਾਂ ਬਹੁਤ ਨੇ, ਤੇ ਉਹਦੇ ਲਈ ਆਪਣੇ ਆਪ ਨੂੰ ਤਿਆਰ ਕਰ ਸਕਣ। ਦੇਖੋ ਜੀ, ਪੰਜਾਬੀ ਜਿਹੜੇ ਨੇ ਉਹ ਹਮੇਸ਼ਾ ਸੰਘਰਸ਼ ਦੇ ਵਿੱਚ ਹੀ ਰਹੇ ਆ ਤੇ ਇਹ ਨਾ ਆਪਾਂ ਕਦੇ ਵੀ ਭੁੱਲ ਜਾਈਏ ਕਿ ਇਹ 3 ਮੰਗਾਂ ਅਸੀਂ ਜਿੱਤ ਲਈਆਂ ਤੇ ਇਸ ਤੋਂ ਬਾਅਦ ਸਾਡੇ ਲਈ ਚੁਣੌਤੀ ਕੋਈ ਨਹੀਂ। ਕਹਿੰਦੇ ਹੁੰਦੇ ਨਾ ਕਿ ਕੋਈ ਐਸਾ ਕੋਈ ਤਾਨਾਸ਼ਾਹ ਵੀ, ਆਪਾਂ ਸਿੱਧੇ ਤੌਰ ਤੇ ਕਹਿ ਲਈਏ ਵੀ ਬੀਜੇਪੀ ਸਰਕਾਰ ਦੀ ਗੱਲ ਕਰ ਲੈਣੇ, ਉਦਾਹਰਨ ਨਹੀਂ ਦਿੰਦੇ ਕਿ ਬੀਜੇਪੀ ਸਰਕਾਰ ਜਿਸ ਤਰ੍ਹਾਂ ਦੇ ਮਨਸੂਬੇ ਲੈ ਕੇ ਚੱਲ ਰਹੀ ਹੈ, ਇਹ ਕਦੇ ਵੀ ਨਹੀਂ ਹੋ ਸਕਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹ ਚੁੱਪ ਕਰਕੇ ਬੈਠ ਜਾਣਗੇ। ਉਹਨਾਂ ਦਾ ਕੋਈ ਨਾ ਕੋਈ ਐਸਾ ਦੇਸ਼ ਵਿਰੋਧੀ ਜਾਂ ਫਿਰ ਪੰਜਾਬ ਵਿਰੋਧੀ, ਕਿਸਾਨੀ ਵਿਰੋਧੀ ਜਾਂ ਕਿਸੇ ਹੋਰ ਵਿਰੋਧੀ ਜਿਹੜਾ ਕੁਝ ਵੀ ਨਵੇਂ ਕਾਨੂੰਨ ਆਉਣ ਦੀ ਤਿਆਰੀ ਦੇ ਵਿੱਚ ਨੇ, ਪੈਂਡਿੰਗ ਦੇ ਵਿੱਚ ਨੇ। ਉਹ ਹਜੇ ਸਾਨੂੰ ਪਤਾ ਨਹੀਂ, ਅਸੀਂ ਕਹਿ ਨਹੀਂ ਸਕਦੇ ਕਿਹੜੇ ਕਾਨੂੰਨ ਆ ਰਹੇ ਨੇ, ਪਰ ਉਹ ਔਨ ਦੀ ਵੇ ਨੇ। ਉਹ ਆਪਾਂ ਦੇਖ ਲਈਏ ਮਹੀਨੇ ਨੂੰ ਆ ਜਾਣ, 2 ਨੂੰ ਆ ਜਾਣ, 3 ਨੂੰ ਆ ਜਾਣ, ਫਿਰ ਇੱਕ ਵਾਰ ਸੰਘਰਸ਼ ਦੇ ਰਾਹ ਸਾਨੂੰ ਪੈਣਾ, ਇਹ ਸਾਨੂੰ ਪਤਾ। ਮਤਲਬ ਕਿ ਉਹਦੇ ਲਈ ਤਿਆਰੀਆਂ ਤਾਂ ਰੱਖਣੀਆਂ ਚਾਹੀਦੀਆਂ, ਪਰ ਕਿੰਨੀ ਦੇਰ ਆਪਾਂ ਸੰਘਰਸ਼ ਕਰਦੇ ਰਹਾਂਗੇ ਇਹ ਵੀ ਸਵਾਲ ਹੈਗਾ। ਕਹਿ ਸਕਦੇ ਹਾਂ ਕਿ ਢਾਂਚਾ ਉਹੀ ਹੋਏਗਾ, ਮੁਹਾਂਦਰਾ ਕੋਈ ਹੋਰ ਹੋ ਸਕਦਾ ਹੈ, ਕਿਸੇ ਹੋਰ ਤਰੀਕੇ, ਕਿਸੇ ਹੋਰ ਮੁਹਾਂਦਰੇ ਦੇ ਜ਼ਰੀਏ ਉਹ ਸਾਡੇ ਅੱਗੇ ਨਵੀਂ ਜਿਹੜੀ ਚੁਣੌਤੀ ਆ ਉਹ ਰੱਖ ਸਕਦੇ ਨੇ। ਜਾਂ ਫਿਰ ਕਿਹਾ, ਜਿਵੇਂ ਆਮ ਹੀ ਕਿਹਾ ਜਾਂਦਾ ਕਿ ਕਾਬਲ ਦੇ ਜੰਮਿਆਂ ਨੂੰ ਨਿਤ ਮੁਹਿੰਮਾਂ, ਸੋ ਭਾਵ ਕਿ ਪੰਜਾਬੀਆਂ ਲਈ ਕੋਈ ਨਾ ਕੋਈ ਸੰਘਰਸ਼ ਜਿਹੜਾ ਉਹ ਤਿਆਰ ਹੀ ਹੈ। ਪਰ ਇਸ ਸਾਰੀ ਜਿਹੜੀ ਘਟਨਾ ਹੋਈ ਹੈ 1.5 ਸਾਲ ਦੀ, ਲਗਭਗ 1.5 ਸਾਲ ਹੋ ਗਿਆ, ਸੋ ਇਹਦੇ ਵਿੱਚ ਮਤਲਬ ਪੂਰੇ ਹਿੰਦੁਸਤਾਨ ਨੂੰ ਕੀ ਸਬਕ ਲੈਣ ਦੀ ਲੋੜ ਹੈ, ਜਾਂ ਖਾਸ ਕਰਕੇ ਕਿਸਾਨਾਂ ਨੂੰ? ਦੇਖੋ ਜੀ, ਸਰਕਾਰਾਂ ਵਧੀਆ ਚੁਣੀਆਂ ਆਪਾਂ। ਹਮੇਸ਼ਾ ਅਸੀਂ ਇਹ ਗੱਲ ਕਹਿੰਦੇ ਹੁੰਦੇ ਆ ਕਿ ਆਪਣੇ ਅੰਦਰ ਜਿਹੜੀ ਕਰਪਸ਼ਨ ਹੈ, ਅਸੀਂ ਸਿਸਟਮ 'ਚ ਕਰਪਸ਼ਨ ਬਹੁਤ ਦੇਖਦੇ ਹਾਂ, ਪਰ ਸਾਡੇ ਜਿਹੜੀ ਅੰਦਰ ਦਿਲ ਦੇ ਵਿੱਚ ਕਰਪਸ਼ਨ ਹੈ ਇਹਨੂੰ ਨਹੀਂ ਦੇਖਦੇ ਆਪਾਂ। ਅਸੀਂ ਵੀ ਇੰਨੇ ਮਤਲਬੀ ਹੋ ਗਏ ਆ ਕਿ ਇੱਕ ਵੋਟ ਪਿੱਛੇ ਅਸੀਂ ਗਲਤ ਬੰਦੇ ਚੁਣ ਲੈਂਦੇ ਹਾਂ, ਗਲਤ ਪਾਰਟੀਆਂ ਚੁਣ ਲੈਂਦੇ ਹਾਂ। ਸੋ ਅੱਜ ਜਿਵੇਂ ਸਾਡੇ ਦੇਸ਼ ਦੀ ਇਹ ਕਮੀ ਹੈਗੀ ਆ, ਬਹੁਤ ਵਾਰ ਢੰਡੋਰਾ ਪਿੱਟਿਆ ਜਾਂਦਾ ਕਿ ਅਸੀਂ 9 ਮਾਸ ਹੈਗੇ ਆ, ਜਾਂ ਸਾਰੇ ਭਾਈਚਾਰਿਆਂ ਦੀ ਸਾਂਝ ਹੈਗੀ ਆ, ਡੈਮੋਕ੍ਰੇਸੀ ਹੈ, ਸਾਰਿਆਂ ਨੂੰ ਇੱਕੋ ਜਿਹੇ ਹੱਕ ਨੇ। ਪਰ ਅੱਜ ਜਦੋਂ ਕਿਸਾਨੀ ਜਿਹੜੇ ਇਹ ਬਿੱਲ ਨੇ ਰੱਦ ਕੀਤੇ ਗਏ, ਮੋਦੀ ਹੋਰਾਂ ਵੱਲੋਂ ਇਹ ਗੱਲ ਕਹੀ ਗਈ ਹੈ, ਤਾਂ ਬਹੁਤ ਸਾਰੇ ਐਸੇ ਕੱਟੜਪੰਥੀ ਹਿੰਦੂ ਜਥੇਬੰਦੀਆਂ ਦੇ ਲੋਕ ਅੱਜ ਕੈਮਰੇ ਸਾਹਮਣੇ ਆ ਕੇ ਇਹ ਕਹਿ ਰਹੇ ਆ ਕਿ ਅਸੀਂ ਅੱਜ ਮੋਦੀ ਦਾ ਵੀ ਵਿਰੋਧ ਕਰਦੇ ਹਾਂ,
ਮੋਦੀ ਪਿੱਛੇ ਕਿਉਂ ਹਟਿਆ, ਇਹਨੂੰ ਨਹੀਂ ਸੀ ਹਟਣਾ ਚਾਹੀਦਾ, ਇਹ ਬਿੱਲ ਇਸੇ ਤਰ੍ਹਾਂ ਰਹਿਣੇ ਚਾਹੀਦੇ ਸੀਗੇ। ਸੋ ਇਹ ਕਿਤੇ ਨਾ ਕਿਤੇ ਫਿੱਕ ਪਾਉਣ ਵਾਲੀ, ਵੰਡ ਪਾਉਣ ਵਾਲੀ ਗੱਲ ਹੈ, ਕਿਉਂਕਿ ਇੱਕ ਪਾਸੇ ਪੂਰੀ ਦੁਨੀਆ ਕਹਿ ਰਹੀ ਹੈ ਤੁਸੀਂ ਰੱਦ ਕਰੋ, ਤੇ ਕੁਝ ਕੱਟੜਪੰਥੀਆਂ ਦੇ ਲੋਕ ਆ ਕੇ ਕਹਿ ਰਹੇ ਆ ਭਈ ਨਹੀਂ ਇਹ ਗਲਤ ਕੀਤਾ ਤੁਸੀਂ। ਸੋ ਕਿਤੇ ਨਾ ਕਿਤੇ ਕੰਗਣਾ ਰਣੌਤ ਦੀ ਗੱਲ ਕਰ ਲਈਏ ਆਪਾਂ, ਸੋ ਕੰਗਣਾ ਰਣੌਤ ਜਿਸ ਦਿਨ ਦਾ ਸੰਘਰਸ਼ ਸ਼ੁਰੂ ਹੋਇਆ ਕਿੰਨਾ ਜ਼ਹਿਰ ਉਹਨੇ ਉਗਲਿਆ। ਸੋ ਇਹ ਕਿਤੇ ਨਹੀਂ 9 ਮਾਸ ਵਾਲਾ ਰਿਸ਼ਤਾ ਨਹੀਂ ਹੈਗਾ ਕਿ ਆਪਾਂ ਇਹ ਬੜਾ ਪਿਆਰ ਸਾਡੇ ਵਿੱਚ ਹੈ, ਡੈਮੋਕ੍ਰੇਸੀ ਬੜੀ ਹੈ, ਇੱਧਰ ਸਾਡਾ ਕੋਈ ਪੰਜਾਬ ਤੋਂ ਉੱਠ ਕੇ ਕੋਈ ਇਦਾਂ ਦਾ ਬਿਆਨ ਦੇ ਦੇਵੇ ਤਾਂ ਉਹਨੂੰ ਝੱਟ ਅੰਦਰ ਧੱਕ ਦਿੱਤਾ ਜਾਂਦਾ ਹੈ। ਕੰਗਣਾ ਰਣੌਤ ਨੇ, ਮੈਂ ਵਿਵਾਦਿਤ ਬਿਆਨ ਉਹਦੇ ਦੀ ਗੱਲ ਕਰਾਂ ਤਾਂ 10 ਤੋਂ 15 ਵਾਰ ਉਹਨੇ ਐਸੇ ਜ਼ਹਿਰੀਲੇ ਬਿਆਨ ਦਿੱਤੇ ਆ, ਕੋਈ FIR ਨਹੀਂ, ਕੋਈ ਕੁਛ ਨਹੀਂ ਹੈਗਾ, ਉਹਨੂੰ ਪਦਮ ਸ਼੍ਰੀ ਦੇ ਦਿੱਤਾ ਗਿਆ। ਮਤਲਬ ਸਰਕਾਰ ਕਹਿੰਦੀ ਹੈ ਵੀ ਸਾਡੇ ਵਾਸਤੇ ਬੋਲੋ, ਸਾਡੇ ਪਾਲਤੂ ਬਣ ਕੇ ਰਹੋ, ਤਾਂ ਤੁਹਾਨੂੰ ਹਰ ਇੱਕ ਚੀਜ਼ ਜਿਹੜੀ ਆ ਪ੍ਰੋਵਾਈਡ ਕਰਾਈ ਜਾਊਗੀ। ਆਉਣ ਵਾਲੇ ਸਮੇਂ ਦੇ ਵਿੱਚ MP ਦੇ ਇਲੈਕਸ਼ਨ ਦੇ ਟਾਈਮ ਜਦੋਂ ਇਹ ਵੋਟਾਂ ਹੋਣਗੀਆਂ, ਸੋ ਉਹਨਾਂ ਨੂੰ ਟਿਕਟ ਵੀ ਦਿੱਤੀ ਜਾਊਗੀ, ਲਿਖ ਕੇ ਦੇ ਦੇਣਾ ਮੈਂ। ਕਹਿਣ ਤੋਂ ਭਾਵ ਇਹੀ ਕਿ ਲੋਕਾਂ ਨੂੰ ਸਮਝਣਾ ਚਾਹੀਦਾ ਹੈ ਕਿ ਉਹਨਾਂ ਨੇ ਕੋਈ ਫਿਲਮੀ ਹਸਤੀ ਨਹੀਂ ਦੇਖਣੀ ਜਾਂ ਕੋਈ ਸਿੰਗਰ ਨਹੀਂ ਦੇਖਣਾ, ਆਪਣੇ ਹਿੱਤਾਂ ਬਾਰੇ ਸੋਚ ਕੇ ਵੋਟ ਕਰਨੀ ਹੈ। ਅਵੇਅਰਨੈਸ ਦੀ ਲੋੜ ਆ। ਔਰ ਤੁਹਾਨੂੰ ਲੱਗਦਾ ਹੈ ਕਿ ਪੰਜਾਬ ਵਿੱਚ ਇਹ ਅਵੇਅਰਨੈਸ ਆਈ ਹੈ ਜਾਂ ਹਾਲੇ ਆਉਣੀ ਬਾਕੀ ਹੈ? ਨਹੀਂ ਜੀ, ਹਜੇ ਫਿਲਹਾਲ ਕੋਈ ਅਵੇਅਰਨੈਸ ਨਹੀਂ ਲੱਗਦੀ। ਕਿਸਾਨੀ ਸੰਘਰਸ਼ ਜਿੱਤਣ ਤੋਂ ਬਾਅਦ ਸਾਡੇ 'ਚ ਖੁਸ਼ੀਆਂ ਤੇ ਆਈਆਂ, ਪਰ ਹੁਣ ਵੋਟਾਂ ਜਿਹੜੀਆਂ ਨੇ ਉਹ ਫੇਰ ਆ ਗਈਆਂ, ਵਿਧਾਨ ਸਭਾ ਦੀਆਂ ਵੋਟਾਂ ਨੇ ਹੋਰ 1-2 ਮਹੀਨਿਆਂ ਦੇ ਵਿੱਚ। ਤਾਂ ਦੇਖੀ ਜਾਇਓ, ਤੁਸੀਂ ਵੀ ਇੱਥੇ ਹੀ ਹੋ, ਮੈਂ ਵੀ ਇੱਥੇ ਹੀ ਹਾਂ। ਸਾਡੇ ਲੋਕਾਂ ਨੇ ਫਿਰ ਉਹੀ ਰਵਾਇਤੀ ਪਾਰਟੀਆਂ ਨੂੰ ਚੁਣਨਾ ਹੈ। 5 ਸਾਲ ਲਈ ਫਿਰ ਇੱਕ ਨਵੇਂ ਰਾਹ ਦੇ ਉੱਤੇ ਆਪਾਂ ਪੈ ਜਾਣਾ। ਫਿਰ ਅਸੀਂ ਤਕਰੀਬਨ 2.5 ਸਾਲ ਤੋਂ ਆਪਾਂ ਕਹਿਣ ਲੱਗ ਪੈਣਾ ਕਿ ਇਹਨਾਂ ਨੇ ਬਹੁਤ ਨੁਕਸਾਨ ਕਰਤਾ ਪੰਜਾਬ ਦਾ, ਬੜਾ ਨੁਕਸਾਨ ਕਰਤਾ, ਐਤਕੀ ਇਹਨਾਂ ਨੂੰ ਨਹੀਂ ਆਉਣ ਦੇਣਾ, ਫਿਰ ਦੂਸਰੀ ਪਾਰਟੀ ਆ ਜਾਊਗੀ। ਸੋ ਚੱਕੀ ਦੇ 2 ਪੁੜਾਂ ਵਾਂਗੂ ਇਸੇ ਤਰ੍ਹਾਂ ਹੋਈ ਜਾਣਾ, ਸਾਡਾ ਹਜੇ ਕੁਝ ਨਹੀਂ ਬਣ ਸਕਦਾ। ਔਰ ਤੁਹਾਨੂੰ ਲੱਗਦਾ ਹੈ ਕਿ ਕਿਸਾਨਾਂ ਨੂੰ ਪੋਲਿਟਿਕਸ ਵਿੱਚ ਆਉਣਾ ਚਾਹੀਦਾ? ਬਿਲਕੁਲ ਆਉਣਾ ਚਾਹੀਦਾ। ਇਸ ਵੇਲੇ ਇੱਕ ਮਸਲਾ ਸਾਡੇ 'ਚ ਬਹੁਤ ਵੱਡਾ ਹੈਗਾ, ਕਾਮਰੇਡ ਸਿੱਖ ਜਾਂ ਫਿਰ ਇੱਕ ਦੂਜੇ ਦੇ ਖਿਲਾਫ ਜਿਹੜਾ ਬੋਲਣਾ, ਇਦਾਂ ਕਰਨਾ, ਉਹਦੇ ਨਾਲ ਪਾੜਾ ਪੈਂਦਾ। ਇਹਨੂੰ ਛੱਡ ਕੇ ਵਧੀਆ ਲੀਡਰ ਆਉਣ ਜਿਹੜੇ ਕਿਸੇ ਨਾਲ ਨਫ਼ਰਤ ਨਾ ਕਰਨ। ਸੋ ਉਹਨਾਂ ਨੂੰ ਲਿਆਉਣਾ ਚਾਹੀਦਾ। ਕਿਸਾਨੀ ਅੱਗੇ ਆਵੇ, ਇੱਕ ਪਾਰਟੀ ਬਣੇ, ਮਜ਼ਬੂਤ ਪਾਰਟੀ ਬਣੇ, ਤਾਂ ਉਹ ਜਿੱਤ ਵੀ ਸਕਦੇ ਨੇ, ਰਵਾਇਤੀ ਪਾਰਟੀਆਂ ਤੋਂ ਛੁਟਕਾਰਾ ਪਾ ਸਕਦੇ ਆ। ਬਿਲਕੁਲ, ਕਿਉਂਕਿ ਹੁਣ ਅਸੀਂ ਪਿੰਡਾਂ ਦੇ ਰਹਿਣ ਵਾਲੇ ਆ, ਪਿੰਡਾਂ 'ਚ ਜਾਂਦੇ ਆ ਤਾਂ ਦੇਖਦੇ ਆ ਕਿ ਲੋਕ ਕਿਸਾਨੀ ਲੀਡਰਾਂ ਨੂੰ ਕਾਫੀ ਹੱਦ ਤੱਕ ਮੰਨ ਰਹੇ ਆ, ਇੱਕ ਝੰਡੇ ਥੱਲੇ ਇਕੱਠੇ ਹੋਏ ਆ। ਤੇ ਜੇ ਹੁਣ ਇੱਕ ਸਟਰੋਂਗ ਲੀਡਰ ਆ ਜਾਏ ਤੇ ਪੰਜਾਬ ਦੀ ਨੁਹਾਰ ਬਦਲੀ ਜਾ ਸਕਦੀ ਹੈ। ਬਿਲਕੁਲ ਬਦਲੀ ਜਾ ਸਕਦੀ ਹੈ, ਦੇਸ਼ ਦੀ ਵੀ ਬਦਲੀ ਜਾ ਸਕਦੀ ਹੈ। ਪਰ ਗੱਲ ਉਹ ਹੀ ਆਉਣੀ ਹੈ ਵੀ ਆਪਣੇ ਦਿਲਾਂ ਦੇ ਵਿੱਚੋਂ ਕਰਪਸ਼ਨ, ਬੇਈਮਾਨੀ, ਈਰਖਾ, ਹਉਮੈ ਜਿਹੜੀ ਛੱਡ ਕੇ ਫਿਰ ਆਪਾਂ ਜੇਕਰ ਸੇਵਾ ਲਈ ਅੱਗੇ ਆਈਏ। ਪੁਰਾਣੇ ਲੀਡਰ ਹੁੰਦੇ ਸੀ ਇਸ ਤਰ੍ਹਾਂ ਦੇ, ਅੱਜ ਵੀ ਹੈਗੇ ਆ, ਦੁਨੀਆ ਦੇ ਉੱਤੇ ਦੇਖੇ ਜਾ ਸਕਦੇ ਨੇ। ਬਹੁਤ ਸਾਰੇ ਲੋਕ ਨੇ, ਬੜੇ ਦੇਸ਼ਾਂ ਦੀ ਉਦਾਹਰਨ ਆਪਾਂ ਨੀਦਰਲੈਂਡ, ਕੈਨੇਡਾ, ਅਮਰੀਕਾ ਦੀ ਉਦਾਹਰਨ ਦੇ ਦਿੰਦੇ ਆ। ਹੋਰ ਬੜੇ ਐਸੇ ਮੁਲਕ ਨੇ ਜਿਹੜੇ ਸਵਰਗ ਬਣੇ ਹੋਏ ਆ। ਕਿਉਂ? ਕਿਉਂਕਿ ਉਹਨਾਂ ਦੇ ਮੋਹਰੀਆਂ ਨੂੰ ਕੋਈ ਲਾਲਚ ਨਹੀਂ ਹੈਗਾ, ਉਹ ਕੋਈ ਐਕਸਟਰਾ ਕੋਈ ਵੀ ਪੈਸਾ ਜਿਹੜਾ ਹੈ ਰਿਸ਼ਵਤਾਂ ਦੇ ਰੂਪ ਦੇ ਵਿੱਚ ਨਹੀਂ ਲੈਂਦੇ, ਜਾਂ ਫਿਰ ਸਰਕਾਰੀ ਜਨਤਾ ਦਾ ਪੈਸਾ ਨਹੀਂ ਉਹ ਜਿਹੜਾ ਖਰਾਬ ਕਰਦੇ। ਸੋ ਉਹਨਾਂ ਨੂੰ ਆਪਣਾ ਕੋਈ ਨਹੀਂ ਹੈ, ਇੱਥੋਂ ਤੱਕ ਕਿ ਆਪਣੇ ਆਫਿਸ ਦੇ ਵਿੱਚ ਵੀ ਬਾਈ ਟ੍ਰੇਨ ਜਾਂ ਬਾਈ ਸਾਈਕਲ ਉਹ ਜਾਂਦੇ ਨੇ, ਚਾਹੇ ਪ੍ਰਧਾਨ ਮੰਤਰੀ ਨੇ, ਕੋਈ ਉਹਨਾਂ ਦੇ ਅੱਗੇ ਪਿੱਛੇ ਕਾਰ ਨਹੀਂ ਹੁੰਦੀ। ਸੋ ਜਦੋਂ ਆ ਚੀਜ਼ਾਂ ਆ ਜਾਣਗੀਆਂ ਤਾਂ ਸ਼ਾਇਦ ਭਲਾ ਹੋ ਸਕਦਾ ਸਾਡਾ। ਜਿਵੇਂ ਹੁਣੇ ਕਾਂਗਰਸ ਦੇ ਵਿੱਚ ਹੋਇਆ ਕਿ ਉਹਨਾਂ ਨੇ ਮੁੱਖ ਮੰਤਰੀ ਬਦਲ ਦਿੱਤਾ, ਮਿਨਿਸਟਰ ਬਦਲ ਦਿੱਤੇ, ਤੇ ਜਿਹੜੀ ਗੱਲ ਤੁਸੀਂ ਕਹੀ ਕਿ ਸਾਈਕਲ ਕਾਰ ਤੇ ਆ ਰਹੇ ਆ, ਤੇ ਦੇਖਿਆ ਜਾ ਰਿਹਾ ਕਿ ਉਹਨਾਂ ਦੇ ਕੁਝ ਮੰਤਰੀ ਕੋਈ ਬੱਸ 'ਚ ਸਫ਼ਰ ਕਰ ਰਿਹਾ ਹੈ ਤੇ ਮੁੱਖ ਮੰਤਰੀ ਕਿਤੇ ਚਾਹ ਪੀ ਰਿਹਾ। ਪਰ ਤੁਹਾਨੂੰ ਨਹੀਂ ਲੱਗਦਾ ਕਿ ਇਹ ਫਿਲਹਾਲ ਇੱਕ ਜਿਹੜਾ ਪੋਲਿਟਿਕ ਜਿਹੜਾ ਸਟੰਟ ਹੀ ਲੱਗ ਰਿਹਾ? ਬਿਲਕੁਲ ਜੀ, ਬਿਲਕੁਲ, ਇਹ ਡਰਾਮਾ ਕੀਤਾ ਜਾ ਰਿਹਾ। ਕੋਈ ਵੀ ਭਾਵੇਂ ਸਾਡੇ ਮੁੱਖ ਮੰਤਰੀ ਸਾਹਿਬ ਹੋਣ, ਚਾਹੇ ਨਵਜੋਤ ਸਿੰਘ ਸਿੱਧੂ ਜਾਂ ਫਿਰ ਦੂਸਰੀਆਂ ਪਾਰਟੀਆਂ ਦੇ ਸੁਖਬੀਰ ਸਿੰਘ ਬਾਦਲ ਜੋ ਜਲੇਬੀਆਂ ਤਲਦੇ ਹੋਏ ਨਜ਼ਰ ਆਏ। ਸੋ ਇਹ ਸਾਰਾ ਕਿਤੇ ਨਾ ਕਿਤੇ ਡਰਾਮਾ ਹੈਗਾ। ਅਸੀਂ ਇੰਨੇ ਵੀ ਨਹੀਂ ਬਦਲ ਗਏ ਹਜੇ, ਕੁਛ ਹੀ ਟਾਈਮ ਦੀ ਗੱਲ ਹੈ। ਇੰਨਾ ਕੁਛ ਪੰਜਾਬ 'ਚ ਹੋ ਕੇ ਹਟਿਆ। ਆਪਾਂ ਇਹ ਨਹੀਂ ਕਹਿ ਸਕਦੇ ਵੀ ਇਹਨਾਂ ਨੂੰ ਰਾਤੋਂ ਰਾਤ ਕੋਈ ਉੱਤੋਂ ਐਸੀ ਹਵਾ ਆਈ ਜਿਹਦੇ ਨਾਲ ਇਹਨਾਂ ਦੇ ਬਿਲਕੁਲ ਖਿਆਲਾਤ ਬਦਲ ਗਏ। ਪੜ੍ਹੇ ਇਹ ਵੀ ਬਾਹਰਲੇ ਮੁਲਕਾਂ 'ਚ ਹੀ ਨੇ। ਸੁਖਬੀਰ ਬਾਦਲ ਹੋਰਾਂ ਦੀ ਗੱਲ ਕਰੀ ਤਾਂ ਇੰਗਲੈਂਡ ਪੜ੍ਹ ਕੇ ਆਏ ਨੇ, ਅਮਰੀਕਾ ਪੜ੍ਹ ਕੇ ਆਏ ਆ, ਠੀਕ ਹੈ ਜੀ। ਉਸ ਤੋਂ ਬਾਅਦ ਜੇਕਰ ਮਨਪ੍ਰੀਤ ਬਾਦਲ ਦੀ, ਕੈਪਟਨ ਦੀ ਗੱਲ ਕਰੀਏ, ਸਾਰੇ ਬਾਹਰ ਪੜ੍ਹਾਈਆਂ ਕਰਕੇ ਆਏ ਹੋਏ ਆ, ਉੱਥੋਂ ਦੇ ਸਿਸਟਮ ਨੂੰ ਭਲੀ ਭਾਂਤ ਜਾਣਦੇ ਨੇ। ਪਤਾ ਨਹੀਂ ਕਿਉਂ ਇਹਨਾਂ ਮੁਲਕਾਂ 'ਚ ਆ ਕੇ, ਜਾਣੀ ਕਿ ਆਪਣੇ ਮੁਲਕ 'ਚ ਆ ਕੇ ਉਹ ਚੀਜ਼ ਨਹੀਂ ਲਾਗੂ ਕਰਨਾ ਚਾਹੁੰਦੇ। ਪਤਾ ਨਹੀਂ ਕੀ ਮਜਬੂਰੀ ਇਹਨਾਂ ਦੀ। ਹੋ ਸਕਦਾ ਹੈ ਕਿ ਸੱਤਾ ਦਾ ਲਾਲਚ ਇਦਾਂ ਦਾ ਹੈ ਕਿ ਪਤਾ ਅਵੇਅਰਨੈਸ ਆ ਗਈ ਤੇ ਉਹ ਚੀਜ਼ ਨਹੀਂ ਰਹੇਗੀ, ਜਾਂ ਰਿਵਾਇਤੀ ਤੌਰ ਤੇ ਅਸੀਂ ਜਿਵੇਂ ਤੁਰੇ ਆ ਰਹੇ ਹਾਂ ਅਸੀਂ ਉਹਨੂੰ ਬਦਲਣਾ ਹੀ ਨਹੀਂ ਚਾਹੁੰਦੇ। ਬਿਲਕੁਲ ਜੀ, ਬਿਲਕੁਲ। ਸਾਡਾ ਸਿਸਟਮ ਇਦਾਂ ਦਾ ਹੈਗਾ ਕਿ ਆਪਾਂ ਨੂੰ ਭੇਡਾਂ ਚਾਹੀਦੀਆਂ, ਠੀਕ ਹੈ ਜੀ, ਸਾਡੇ ਲੀਡਰਾਂ ਨੂੰ ਭੇਡਾਂ ਚਾਹੀਦੀਆਂ। ਤੁਸੀਂ ਬੜੀ ਸੋਹਣੀ ਗੱਲ ਕੀਤੀ ਹੈ ਕਿ ਚਾਹੁੰਦੇ ਨਹੀਂ ਕਿ ਰੈਵੋਲੂਸ਼ਨ ਆਵੇ, ਲੋਕਾਂ ਦਾ ਦਿਮਾਗ ਬਦਲ ਜਾਵੇ, ਲੋਕਾਂ ਦੀ ਸੋਚ ਬਦਲ ਜਾਵੇ, ਫਿਰ ਇਹ ਹੱਕਣਗੇ ਕਿਹਨੂੰ? ਭੇਡਾਂ ਵਾਂਗੂ। ਸੋ ਇਸ ਕਰਕੇ ਇਹ ਚਾਹੁੰਦੇ ਭੇਡਾਂ ਬਣੀਆਂ ਰਹਿਣ। ਤਾਂ ਹੀ ਤਾਂ ਸਾਡੀ ਐਜੂਕੇਸ਼ਨ ਦਾ ਮਾੜਾ ਹਾਲ ਹੈ, ਤਾਂ ਹੀ ਸਾਨੂੰ ਆਰਥਿਕਤਾ ਦੇ ਮੁੱਦਿਆਂ ਦੇ ਵਿੱਚ ਇਹਨਾਂ ਨੇ ਧੱਕਿਆ ਹੋਇਆ ਕਿ ਜੇ ਅਸੀਂ ਆਰਥਿਕ ਤੌਰ ਤੇ ਸਟਰੋਂਗ ਹੋ ਗਏ ਤਾਂ ਫਿਰ ਅਸੀਂ ਆਪਣੇ ਹੱਕਾਂ ਦੀ ਗੱਲ ਕਰਾਂਗੇ। ਸੋ ਹੱਕਾਂ ਦੀ ਗੱਲ ਕਰਨ ਲਈ ਤੁਹਾਨੂੰ ਆਰਥਿਕ ਤੌਰ ਤੇ ਸਟਰੋਂਗ ਹੋਣਾ ਪੈਂਦਾ। ਇਸ ਕਰਕੇ ਸਾਨੂੰ ਇਹਨਾਂ ਮਸਲਿਆਂ ਦੇ ਵਿੱਚ ਉਲਝਾਇਆ ਹੋਇਆ ਵੀ ਕੁਛ ਨਾ ਮੰਗੋ, ਸਿਰਫ ਇਹ ਮੰਗੋ ਕਿ ਸਾਨੂੰ ਸਾਹ ਆਈ ਜਾਣ। ਪਿੱਛੇ ਜੇ ਤਾਂ ਤੁਸੀਂ ਦੇਖਿਆ ਹੋਣਾ
ਕੋਵਿਡ ਦੇ ਟਾਈਮ ਦੇ ਉੱਤੇ ਆਕਸੀਜਨ ਤੱਕ ਦੀ ਕਮੀ ਪੈ ਗਈ ਸੀ। ਸੋ ਕਿੱਥੇ ਤੁਸੀਂ ਗੱਲ ਕਰਨੀ ਕਿ ਕੋਵਿਡ ਖਤਮ ਹੋਵੇ, ਆਹ ਖਤਮ ਹੋਵੇ, ਤੁਸੀਂ ਕਹਿੰਦੇ ਸਾਨੂੰ ਸਾਹ ਹੀ ਦੇ ਦਿਓ ਬਸ। ਸੋ ਸਾਡੇ ਲੀਡਰ ਇਹ ਸੋਚ ਰਹੇ ਆ ਕਿ ਆਪਣੇ ਜਿਹੜੇ ਲੋਕ ਨੇ ਇਹਨਾਂ ਨੂੰ ਸਾਹ ਦੇਣ ਤੱਕ, ਰੋਟੀ ਦੇਣ ਤੱਕ ਹੀ ਆਪਾਂ ਰੱਖੀਏ ਤੇ ਹੱਕਾਂ ਦੀ ਗੱਲ ਨਾ ਕਰਨ। ਇਹ ਹੁਣ ਇਹ ਤੁਹਾਡੇ ਤੇ ਹੈ, ਤੁਸੀਂ ਸੋਚਣਾ ਹੈ ਕਿ ਤੁਸੀਂ ਆਪਣਾ ਪੰਜਾਬ ਬਦਲਣਾ ਹੈ, ਸੋਚ ਬਦਲਣੀ ਹੈ ਜਾਂ ਫਿਰ ਪ੍ਰਵਾਸ ਕਰਨਾ ਹੈ। ਧੰਨਵਾਦ। ਤਾਜ਼ਾ ਖਬਰਾਂ ਤੇ ਨਵੀਆਂ ਜਾਣਕਾਰੀ ਭਰਪੂਰ ਵੀਡੀਓਜ਼ ਵੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਪ੍ਰਾਈਡ ਪੰਜਾਬ ਟੀਵੀ ਤੇ ਸਾਡਾ Facebook ਪੇਜ ਪ੍ਰਾਈਡ ਪੰਜਾਬ ਟੀਵੀ ਨੂੰ ਫੋਲੋ ਜ਼ਰੂਰ ਕਰੋ ਤੇ ਨਾਲ ਹੀ ਨਾਲ ਇਸ ਨੂੰ ਲਾਈਕ ਵੀ ਕਰ ਲਵੋ।